ਵੈਲਕਮ ਟੂ ਆਨਲਾਈਨ ਐਜੂਕੇਸ਼ਨ ਚੈਨਲ ਐਡੂਕੇਸੀ। ਅੱਜ ਅਸੀਂ ਕੀ ਪੜਾਂਗੇ? ਸਾਇੰਸ। ਪੰਜਾਬ ਸਕੂਲ ਸਿੱਖਿਆ ਬੋਰਡ 9ਵੀਂ ਜਮਾਤ ਦਾ ਪਹਿਲਾ ਅਧਿਆਇ ਸਾਡੇ ਆਲੇ ਦੁਆਲੇ ਦੇ ਪਦਾਰਥ। ਅਧਿਆਇ 1 ਸਾਡੇ ਆਲੇ ਦੁਆਲੇ ਦੇ ਪਦਾਰਥ। ਪਦਾਰਥ ਦੀਆਂ ਅਵਸਥਾਵਾਂ ਯਾਨੀ ਕਿ ਇੰਗਲਿਸ਼ ਵਿੱਚ ਸਟੇਟਸ ਆਫ ਮੈਟਰ। ਆਪਣੇ ਆਲੇ ਦੁਆਲੇ ਦੇ ਪਦਾਰਥਾਂ ਨੂੰ ਧਿਆਨ ਨਾਲ ਵੇਖੋ। ਇਹ ਕਿੰਨੀ ਕਿਸਮ ਦੇ ਹਨ? ਅਸੀਂ ਵੇਖਦੇ ਹਾਂ ਕਿ ਪਦਾਰਥ ਆਪਣੀਆਂ ਤਿੰਨ ਅਵਸਥਾਵਾਂ ਵਿੱਚ ਹੁੰਦੇ ਹਨ। ਨੰਬਰ 1 ਠੋਸ ਯਾਨੀ ਕਿ ਸੋਲਿਡ, ਨੰਬਰ 2 ਦ੍ਰਵ ਯਾਨੀ ਕਿ ਲਿਕੁਇਡ ਅਤੇ ਗੈਸ। ਗੈਸ ਨੂੰ ਇੰਗਲਿਸ਼ ਵਿੱਚ ਗੈਸ ਹੀ ਕਿਹਾ ਜਾਂਦਾ ਹੈ। ਪਦਾਰਥ ਦੀਆਂ ਇਹ ਅਵਸਥਾਵਾਂ ਉਸਦੇ ਕਣਾਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਕਾਰਨ ਹੁੰਦੀਆਂ ਹਨ। ਪਦਾਰਥ ਦੀਆਂ ਇਹ ਅਵਸਥਾਵਾਂ ਕਿਉਂ ਹੁੰਦੀਆਂ ਹਨ? ਉਸਦੇ ਕਣਾਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੇ ਕਾਰਨ। ਹੁਣ ਅਸੀਂ ਪਦਾਰਥ ਦੀਆਂ ਤਿੰਨੋਂ ਅਵਸਥਾਵਾਂ ਦੇ ਗੁਣਾਂ ਦਾ ਵਿਸਥਾਰਪੂਰਵਕ ਅਧਿਐਨ ਕਰਾਂਗੇ। ਅਸੀਂ ਇਹ ਜਾਣ ਚੁੱਕੇ ਹਾਂ ਕਿ ਪਦਾਰਥ ਤਿੰਨ ਤਰ੍ਹਾਂ ਦੇ ਹੁੰਦੇ ਹਨ ਤੇ ਇਹਨਾਂ ਦੀਆਂ ਇਹ ਅਵਸਥਾਵਾਂ ਉਹਨਾਂ ਦੇ ਕਣਾਂ ਦੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਹੁੰਦੇ ਹਨ। ਹੁਣ ਅਸੀਂ ਇਸ ਲੈਸਨ ਵਿੱਚ ਅੱਗੇ ਜਾ ਕੇ ਇਸ ਨੂੰ ਡਿਟੇਲ ਵਿੱਚ ਇਸ ਨੂੰ ਵਿਸਥਾਰਪੂਰਵਕ ਪੜਾਂਗੇ। ਇਹ ਤੁਸੀਂ ਦੇਖ ਸਕਦੇ ਹੋ ਨਾਲ ਹੀ ਇੱਕ ਤਸਵੀਰ ਜਿਸ ਵਿੱਚ ਸੋਲਿਡ, ਲਿਕੁਇਡ ਅਤੇ ਗੈਸ। ਇਹਦੇ ਕੁਝ ਐਗਜ਼ਾਮਪਲਸ, ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ। ਸੋਲਿਡ ਦੀਆਂ ਉਦਾਹਰਨਾਂ ਹੈਟ ਯਾਨੀ ਕਿ ਟੋਪੀ, ਸਕੇਟਬੋਰਡ, ਪੈਨਸਿਲ, ਟੇਬਲ, ਐਪਲ, ਸੇਬ, ਟ੍ਰੀ ਹਾਊਸ, ਕੰਪਿਊਟਰ, ਇਹ ਸਭ ਨੇ ਸੋਲਿਡ ਦੀਆਂ ਠੋਸ ਦੀਆਂ ਐਗਜ਼ਾਮਪਲਸ, ਉਦਾਹਰਨਾਂ। ਇਸ ਤੋਂ ਬਾਅਦ ਲਿਕੁਇਡ। ਲਿਕੁਇਡ 'ਚ ਤੁਸੀਂ ਦੇਖੋਗੇ ਜੂਸ, ਸੂਪ, ਮੀਂਹ, ਰੇਨ ਡ੍ਰੌਪਸ, ਡਰਿੰਕ, ਮਿਲਕ, ਇਹ ਸਭ ਚੀਜ਼ਾਂ ਜੋ ਹਨ ਇਹ ਲਿਕੁਇਡ ਦੀਆਂ ਦ੍ਰਵ ਦੀਆਂ ਉਦਾਹਰਨਾਂ ਹਨ। ਇਸ ਤੋਂ ਬਾਅਦ ਗੈਸ ਦੀਆਂ ਉਦਾਹਰਨਾਂ ਤੁਸੀਂ ਦੇਖੋਗੇ ਵਿੰਡ, ਏਅਰ, ਆ ਪੱਖਾ ਚੱਲ ਰਿਹਾ ਹੈ, ਇਹ ਵੀ ਜੋ ਹਵਾ ਦਿੰਦਾ ਹੈ ਉਹ ਕੀ ਹੈ? ਉਹ ਗੈਸ ਦੀ ਉਦਾਹਰਨ ਹੈ। ਇਸ ਦੇ ਨਾਲ ਹੀ ਜੋ ਸਟ੍ਰੀਮ, ਜੋ ਭਾਫ ਹੈ, ਇਹ ਵੀ ਗੈਸ ਦੀ ਉਦਾਹਰਨ ਹੈ। ਸੋ ਆਓ ਬੱਚਿਓ, ਹੁਣ ਅਸੀਂ ਇਸ ਲੈਸਨ ਵਿੱਚ ਅੱਗੇ ਵਧਦੇ ਹਾਂ। ਪਹਿਲੀ ਅਵਸਥਾ ਠੋਸ ਅਵਸਥਾ। ਇਸ ਨੂੰ ਅਸੀਂ ਕਿਰਿਆ 1.9 ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੇਠ ਲਿਖੀਆਂ ਵਸਤੂਆਂ ਨੂੰ ਇਕੱਠਾ ਕਰੋ: ਪੈਨ, ਕਿਤਾਬ, ਸੂਈ ਅਤੇ ਲੱਕੜੀ ਦਾ ਝੰਡਾ। ਸੋ ਇਹ ਕੁਝ ਵਸਤੂਆਂ ਤੁਸੀਂ ਇਸ ਕਿਰਿਆ ਲਈ ਇਕੱਠੀਆਂ ਕਰਨੀਆਂ ਹਨ। ਇਹਨਾਂ ਵਸਤੂਆਂ ਦੇ ਚਾਰੇ ਪਾਸੇ ਪੈਨਸਿਲ ਘੁਮਾ ਕੇ ਇਹਨਾਂ ਦਾ ਆਕਾਰ ਦੇ ਰੇਖਾ ਚਿੱਤਰ ਬਣਾਓ। ਤੁਸੀਂ ਇਸ ਨੂੰ ਇੱਕ ਪੇਪਰ ਤੇ ਰੱਖ ਕੇ ਇਸ ਦੇ ਆਸੇ-ਪਾਸੇ ਪੈਨਸਿਲ ਨਾਲ ਇਹਨਾਂ ਦੀ ਰੇਖਾ ਚਿੱਤਰ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਸਾਰਿਆਂ ਦਾ ਨਿਸ਼ਚਿਤ ਆਕਾਰ, ਸਪਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਯਾਨੀ ਕਿ ਇੰਗਲਿਸ਼ ਵਿੱਚ ਵੋਲਿਊਮ ਹੈ। ਤੁਸੀਂ ਜਦੋਂ ਦੇਖੋਗੇ, ਜਦੋਂ ਇਹ ਤੁਸੀਂ ਰੇਖਾ ਚਿੱਤਰ ਬਣਾਓਗੇ ਤਾਂ ਤੁਸੀਂ ਪਾਓਗੇ ਕਿ ਇਹਨਾਂ ਦਾ ਇੱਕ ਨਿਸ਼ਚਿਤ ਆਕਾਰ ਹੈ, ਸਪਸ਼ਟ ਸੀਮਾਵਾਂ ਹਨ ਅਤੇ ਇਹਨਾਂ ਦਾ ਇੱਕ ਫਿਕਸਡ ਵੋਲਿਊਮ ਹੈ। ਇਹਨਾਂ ਤੇ ਹਥੌੜਾ ਮਾਰਨ, ਖਿੱਚਣ ਜਾਂ ਡਿੱਗਣ ਤੇ ਕੀ ਹੁੰਦਾ ਹੈ? ਕਿ ਇਹਨਾਂ ਦਾ ਇੱਕ ਦੂਜੇ ਵਿੱਚ ਪ੍ਰਸਰਣ ਭਾਵ ਕਿ ਡਿਫਿਊਜ਼ਨ ਸੰਭਵ ਹੈ? ਜੇ ਤੁਸੀਂ ਪੈਨਸਿਲ ਵਿੱਚ ਕਿਤਾਬ ਨੂੰ ਮਿਕਸ ਕਰਨ ਦੀ ਕੋਸ਼ਿਸ਼ ਕਰੋਗੇ ਕਿ ਇਹ ਇੱਕ ਦੂਜੇ ਵਿੱਚ ਡਿਫਿਊਜ਼ ਹੋ ਜਾਣਗੀਆਂ? ਇਹ ਤੁਸੀਂ ਦੇਖਣਾ ਹੈ। ਬਲ ਲਾ ਕੇ ਇਹਨਾਂ ਨੂੰ ਨਪੀੜਨ, ਕੰਪਰੈਸ ਦੀ ਕੋਸ਼ਿਸ਼ ਕਰੋ ਕਿ ਇਹਨਾਂ ਦਾ ਨਪੀੜਨ ਹੁੰਦਾ ਹੈ। ਜੇ ਤੁਸੀਂ ਕਿਤਾਬ ਨੂੰ, ਪੈਨਸਿਲ ਨੂੰ ਜਾਂ ਫਿਰ ਸੂਈ ਨੂੰ ਦੱਬ ਕੇ ਛੋਟਾ ਕਰਨਾ ਚਾਹੋ, ਉਸਦਾ ਜੋ ਵੋਲਿਊਮ ਹੈ ਉਸਦਾ ਵੋਲਿਊਮ ਘਟਾਉਣਾ ਚਾਹੋ ਕਿ ਉਹ ਘਟਦਾ ਹੈ? ਇਹ ਸਾਰਾ ਕੁਝ ਤੁਸੀਂ ਇਸ ਐਕਸਪੈਰੀਮੈਂਟ ਵਿੱਚ ਕਰਕੇ ਦੇਖਣਾ ਹੈ ਤੇ ਬਾਅਦ ਵਿੱਚ ਆਪਣੇ ਜੋ ਪ੍ਰੇਖਣ ਹਨ ਉਹ ਨੋਟ ਕਰਨੇ ਹਨ। ਇਹ ਤੁਸੀਂ ਦੇਖ ਸਕਦੇ ਹੋ ਬਰਫ਼, ਜੋ ਇੱਕ ਸੋਲਿਡ ਦੀ ਉਦਾਹਰਨ ਹੈ। ਇਹਦੇ ਨਾਲ ਹੀ ਇਸ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੋਲਿਡ ਦੇ ਕਣਾਂ ਦੀ ਜੋ ਬਣਤਰ ਹੈ, ਇਹ ਤੁਸੀਂ ਦੇਖੋਗੇ ਇਹ ਬਿਲਕੁਲ ਨੇੜੇ-ਨੇੜੇ ਹਨ ਅਤੇ ਇਹਨਾਂ ਦੀ ਜੋ ਮੂਵਮੈਂਟ ਹੈ, ਜੋ ਇਹਨਾਂ ਵਿੱਚ ਕੰਪਨ ਹੈ, ਜੋ ਇਹਨਾਂ ਵਿੱਚ ਗਤਿਜ ਊਰਜਾ ਹੈ, ਉਹ ਕਾਫੀ ਘੱਟ ਹੈ। ਇਹੀ ਵਿਸ਼ੇਸ਼ਤਾ ਹੈ ਜੋ ਕਿ ਠੋਸ ਨੂੰ ਠੋਸ ਬਣਾਉਂਦੀ ਹੈ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਇਹ ਸਾਰੀਆਂ ਉਦਾਹਰਨਾਂ ਯਾਨੀ ਕਿ ਪੈਨ, ਕਿਤਾਬ, ਸੂਈ ਅਤੇ ਲੱਕੜੀ ਦਾ ਝੰਡਾ ਠੋਸ ਹੁੰਦੀਆਂ ਹਨ। ਸਾਨੂੰ ਪਤਾ ਹੈ ਕਿ ਇਹ ਠੋਸ ਹੁੰਦੀਆਂ ਹਨ। ਅਸੀਂ ਵੇਖ ਸਕਦੇ ਹਾਂ ਕਿ ਇਹਨਾਂ ਸਾਰਿਆਂ ਵਿੱਚ ਇੱਕ ਨਿਸ਼ਚਿਤ ਆਕਾਰ, ਸਪਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਭਾਵ ਨਾ ਮਾਤਰ ਨਪੀੜਨ ਯੋਗਤਾ ਹੁੰਦੀ ਹੈ। ਸਪਸ਼ਟ ਆਇਤਨ ਦਾ ਮਤਲਬ ਕੀ ਹੈ? ਕਿ ਇਹਨਾਂ ਵਿੱਚ ਨਾ ਮਾਤਰ ਨਪੀੜਨ, ਕੰਪਰੈਸ ਇਹ ਨਾ ਮਾਤਰ ਹੀ ਹੋ ਸਕਦੇ ਹਨ। ਜਦੋਂ ਤੁਸੀਂ ਕਿਸੇ ਕਿਤਾਬ ਨੂੰ ਕੰਪਰੈਸ ਕਰਨ ਦੀ ਕੋਸ਼ਿਸ਼ ਕਰੋਗੇ ਉਹ ਬਿਲਕੁਲ ਨਾ ਮਾਤਰ ਹੀ ਦਬਾਈ ਜਾ ਸਕਦੀ ਹੈ। ਇਸ ਤੋਂ ਬਾਅਦ ਉਸਨੂੰ ਦਬਾਇਆ ਜਾਂ ਕਿ ਨਪੀੜਨ ਨਹੀਂ ਕੀਤਾ ਜਾ ਸਕਦਾ ਉਸਦਾ। ਬਾਹਰੋਂ ਬਲ ਲਗਾਉਣ ਤੇ ਵੀ ਠੋਸ ਆਪਣੇ ਆਕਾਰ ਨੂੰ ਬਣਾ ਕੇ ਰੱਖਦੇ ਹਨ। ਬਲ ਲਗਾਉਣ ਨਾਲ ਠੋਸ ਟੁੱਟ ਸਕਦੇ ਹਨ ਪਰ ਇਹਨਾਂ ਦਾ ਆਕਾਰ ਨਹੀਂ ਬਦਲਦਾ, ਇਸ ਲਈ ਇਹ ਨਿੱਘਰ ਹੁੰਦੇ ਹਨ। ਹੇਠ ਲਿਖਿਆਂ ਤੇ ਵਿਚਾਰ ਕਰੋ। ਰਬੜ ਬੈਂਡ ਨੂੰ ਕੀ ਮੰਨਿਆ ਜਾਵੇ? ਹੁਣ ਰਬੜ ਬੈਂਡ ਜਦੋਂ ਅਸੀਂ ਜੋਗ ਲਗਾਉਂਦੇ ਹਾਂ, ਉਸ ਤੇ ਫੋਰਸ ਲਗਾਉਂਦੇ ਹਾਂ ਤਾਂ ਉਹ ਵੱਧ ਜਾਂਦੀ ਹੈ ਤੇ ਕਦੇ-ਕਦੇ ਟੁੱਟ ਵੀ ਜਾਂਦੀ ਹੈ। ਤਾਂ ਇਸ ਨੂੰ ਕੀ ਮੰਨਿਆ ਜਾਵੇ? ਇਹ ਠੋਸ ਹੈ। ਕੀ ਖਿੱਚ ਕੇ ਇਸ ਦਾ ਆਕਾਰ ਬਦਲਿਆ ਜਾ ਸਕਦਾ ਹੈ? ਕੀ ਇਹ ਠੋਸ ਹੈ? ਵੱਖ-ਵੱਖ ਆਕਾਰ ਦੇ ਬਰਤਨਾਂ ਵਿੱਚ ਰੱਖਣ ਦੇ ਚੀਨੀ ਅਤੇ ਨਮਕ
ਉਹਨਾਂ ਬਰਤਨਾਂ ਦਾ ਆਕਾਰ ਲੈ ਲੈਂਦੇ ਹਨ ਕਿ ਇਹ ਵੀ ਠੋਸ ਹਨ। ਜਦੋਂ ਅਸੀਂ ਨਮਕ, ਚੀਨੀ, ਦਾਲਾਂ ਆਦਿ ਕਿਸੇ ਬਰਤਨ ਵਿੱਚ ਪਾਉਂਦੇ ਹਾਂ ਤਾਂ ਅਸੀਂ ਕੱਚ ਵਿੱਚੋਂ ਦੇਖ ਸਕਦੇ ਹਾਂ ਕਿ ਇਹ ਜੋ ਚੀਜ਼ਾਂ ਹਨ ਉਸਨੇ ਉਸ ਬਰਤਨ ਦਾ ਹੀ ਆਕਾਰ ਲੈ ਲਿਆ ਹੈ, ਪਰੰਤੂ ਕੀ ਇਹ ਠੋਸ ਤੋਂ ਛੱਡ ਕੇ ਕੁਝ ਹੋਰ ਅਵਸਥਾ ਹੈ? ਇਹ ਠੋਸ ਹਨ ਜਾਂ ਠੋਸ ਨਹੀਂ ਹਨ? ਸੋ ਇਹਦੇ ਬਾਰੇ ਅਸੀਂ ਜਾਣਨਾ ਹੈ। ਸੋ ਆਓ ਬੱਚਿਓ ਦੇਖਦੇ ਹਾਂ। ਅਗਲਾ ਸਵਾਲ, ਸਪੰਜ ਕੀ ਹੈ? ਇਹ ਠੋਸ ਹੈ ਪਰ ਫਿਰ ਵੀ ਇਸ ਦਾ ਨਪੀੜਨ ਸੰਭਵ ਹੈ, ਕਿਉਂ? ਸਪੰਜ ਨੂੰ ਤੁਸੀਂ ਦੇਖੋਗੇ, ਆ ਸਪੰਜ ਦੀ ਤਸਵੀਰ ਹੈ, ਇਹ ਤੁਸੀਂ ਦੇਖੋਗੇ ਕਿ ਇਸ ਦਾ ਕਾਫੀ ਨਪੀੜਨ ਹੋ ਸਕਦਾ ਹੈ, ਇਸ ਨੂੰ ਕਾਫੀ ਸਪੰਜ ਨੂੰ ਕੰਪਰੈਸ ਕੀਤਾ ਜਾ ਸਕਦਾ ਹੈ, ਪਰੰਤੂ ਕੀ ਇਹ ਠੋਸ ਹੈ? ਆਓ ਜਾਣੀਏ। ਇਹ ਸਾਰੇ ਠੋਸ ਹਨ। ਜੋ ਅਸੀਂ ਪਿਛਲੇ ਪੇਜ ਤੇ ਜੋ ਕੁਝ ਐਗਜ਼ਾਮਪਲਸ ਦੇਖੀਆਂ ਸਨ ਅਤੇ ਸਪੰਜ ਕੀ ਹੈ, ਇਹ ਸਾਰੇ ਹੀ ਠੋਸ ਹਨ, ਕਿਉਂਕਿ ਬਾਹਰੀ ਬਲ ਲਗਾਉਣ ਨਾਲ ਰਬੜ ਬੈਂਡ ਦਾ ਆਕਾਰ ਬਦਲਦਾ ਹੈ ਅਤੇ ਬਲ ਹਟਾ ਲੈਣ ਨਾਲ ਇਹ ਦੁਬਾਰਾ ਆਪਣੇ ਮੂਲ ਆਕਾਰ ਵਿੱਚ ਆ ਜਾਂਦਾ ਹੈ। ਇਹ ਠੋਸ ਕਿਉਂ ਹੈ? ਕਿਉਂਕਿ ਬਲ ਲਗਾਉਣ ਨਾਲ ਇਸ ਦਾ ਆਕਾਰ ਤਾਂ ਬਦਲਦਾ ਹੈ, ਪਰੰਤੂ ਜਿਵੇਂ ਹੀ ਬਲ ਹਟਾ ਲਿੱਤਾ ਜਾਂਦਾ ਹੈ ਇਹ ਵਾਪਸ ਆਪਣੇ ਪੁਰਾਣੇ ਆਕਾਰ ਵਿੱਚ ਆ ਜਾਂਦਾ ਹੈ, ਅਸਲੀ ਆਕਾਰ ਵਿੱਚ ਆ ਜਾਂਦਾ ਹੈ। ਬਹੁਤ ਜ਼ਿਆਦਾ ਬਲ ਲਗਾਉਣ ਤੇ ਇਹ ਟੁੱਟ ਜਾਂਦਾ ਹੈ, ਜੋ ਕਿ ਸੋਲਿਡ ਦੀ ਇੱਕ ਵਿਸ਼ੇਸ਼ਤਾ ਹੈ। ਇਹ ਟੁੱਟ ਤਾਂ ਸਕਦੇ ਹਨ, ਪਰੰਤੂ ਇਹਨਾਂ ਨੂੰ ਕੰਪਰੈਸ ਨਹੀਂ ਕੀਤਾ ਜਾ ਸਕਦਾ, ਇਹਨਾਂ ਦਾ ਆਕਾਰ ਨਹੀਂ ਬਦਲਿਆ ਜਾ ਸਕਦਾ। ਭਾਵੇਂ ਅਸੀਂ ਚੀਨੀ ਜਾਂ ਨਮਕ ਨੂੰ ਆਪਣੇ ਹੱਥ ਵਿੱਚ ਲਈਏ ਜਾਂ ਕਿਸੇ ਪਲੇਟ ਜਾਂ ਜਾਰ ਵਿੱਚ, ਇਹਨਾਂ ਦੇ ਆਕਾਰ ਨਹੀਂ ਬਦਲਦੇ। ਸਪੰਜ ਵਿੱਚ ਬਹੁਤ ਛੋਟੇ-ਛੋਟੇ ਛੇਕ ਹੁੰਦੇ ਹਨ। ਹੁਣ ਅਸੀਂ ਜਾਣਨ ਜਾ ਰਹੇ ਹਾਂ ਕਿ ਸਪੰਜ ਨੂੰ ਕੰਪਰੈਸ ਕਿਉਂ ਕੀਤਾ ਜਾ ਸਕਦਾ ਹੈ, ਇਸ ਦਾ ਆਕਾਰ ਕਿਵੇਂ ਬਦਲ ਜਾਂਦਾ ਹੈ। ਇਸ ਵਿੱਚ ਕੀ ਹੁੰਦੇ ਹਨ? ਛੋਟੇ-ਛੋਟੇ ਛੇਕ ਹੁੰਦੇ ਹਨ, ਛੋਟੇ-ਛੋਟੇ ਇਹ ਸੁਰਾਖ ਹੁੰਦੇ ਹਨ, ਜੋ ਤੁਸੀਂ ਇਸ ਪਿਕਚਰ ਵਿੱਚ ਦੇਖ ਸਕਦੇ ਹੋ, ਇਸ ਤਸਵੀਰ ਵਿੱਚ ਦੇਖ ਸਕਦੇ ਹੋ। ਜਿਨ੍ਹਾਂ ਵਿੱਚ ਕੀ ਹੁੰਦਾ ਹੈ? ਇਹਨਾਂ ਵਿੱਚ ਹਵਾ ਸਮਾਈ ਹੁੰਦੀ ਹੈ। ਜਦੋਂ ਅਸੀਂ ਇਸ ਨੂੰ ਦਬਾਉਂਦੇ ਹਾਂ ਤਾਂ ਹਵਾ ਬਾਹਰ ਨਿਕਲ ਜਾਂਦੀ ਹੈ, ਜਿਸ ਨਾਲ ਇਸ ਦਾ ਨਪੀੜਨ ਸੰਭਵ ਹੁੰਦਾ ਹੈ। ਸੋ ਇਹ ਸਪੰਜ ਜੋ ਹੈ ਇਹ ਪੋਰਸ ਹੁੰਦਾ ਹੈ, ਇਹਦੇ ਵਿੱਚ ਛੋਟੇ-ਛੋਟੇ ਸੁਰਾਖ ਹੁੰਦੇ ਹਨ ਜਿਨ੍ਹਾਂ ਵਿੱਚ ਕੀ ਹਵਾ ਸਮਾਈ ਹੁੰਦੀ ਹੈ। ਜਦੋਂ ਅਸੀਂ ਇਸ ਨੂੰ ਦਬਦੇ ਹਾਂ ਤਾਂ ਕੀ ਹੁੰਦਾ ਹੈ? ਇਹ ਕੰਪਰੈਸ ਹੋ ਜਾਂਦਾ ਹੈ, ਇਸ ਦਾ ਨਪੀੜਨ ਹੋ ਜਾਂਦਾ ਹੈ। ਕਾਰਨ ਕੀ ਹੈ? ਕਿ ਜੋ ਹਵਾ ਹੈ ਇਹਨਾਂ ਛੇਕਾਂ ਵਿੱਚੋਂ, ਇਹਨਾਂ ਸੁਰਾਖਾਂ ਵਿੱਚੋਂ ਨਿਕਲ ਜਾਂਦੀ ਹੈ। ਸੋ ਇਹੀ ਕਾਰਨ ਹੈ ਕਿ ਸਪੰਜ ਸੋਲਿਡ ਹੋਣ ਦੇ ਬਾਵਜੂਦ, ਠੋਸ ਹੋਣ ਦੇ ਬਾਵਜੂਦ ਕੀ ਹੈ? ਕੰਪਰੈਸਿਬਲ ਹੈ, ਉਹਦਾ ਕੰਪਰੈਸ਼ਨ ਕੀਤਾ ਜਾ ਸਕਦਾ ਹੈ। ਸੋ ਬੱਚਿਓ ਅੱਗੇ ਦੇਖਦੇ ਹਾਂ। ਪਦਾਰਥ ਦੀ ਅਗਲੀ ਅਵਸਥਾ ਲਿਕੁਇਡ ਸਟੇਟ। ਇਹ ਅਸੀਂ ਕਿਰਿਆ ਕਰਾਂਗੇ, ਉਸ ਤੋਂ ਪਤਾ ਲੱਗੇਗਾ ਕਿ ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਹੇਠ ਲਿਖੀਆਂ ਵਸਤੂਆਂ ਨੂੰ ਇਕੱਠਾ ਕਰੋ। ਇਸ ਕਿਰਿਆ ਵਾਸਤੇ ਤੁਹਾਨੂੰ ਕੀ ਕੁਝ ਚਾਹੀਦਾ ਹੈ? ਪਾਣੀ, ਭੋਜਨ ਪਕਾਉਣ ਵਾਲਾ ਤੇਲ, ਦੁੱਧ, ਜੂਸ, ਠੰਡਾ ਪਿਆਓ ਯਾਨੀ ਕਿ ਇੰਗਲਿਸ਼ ਵਿੱਚ ਕੋਲਡ ਡਰਿੰਕ, ਵੱਖ-ਵੱਖ ਕਿਸਮ ਦੇ ਬਰਤਨ। ਪ੍ਰਯੋਗਸ਼ਾਲਾ ਵਿੱਚ ਇੱਕ ਮਾਪਕ ਸਿਲੰਡਰ ਦੀ ਮਦਦ ਨਾਲ ਇਹਨਾਂ ਬਰਤਨਾਂ ਤੇ 50 ml ਦਾ ਨਿਸ਼ਾਨ ਲਗਾਓ। ਇਹਨਾਂ ਦਰਵਾਂ ਨੂੰ ਫਰਸ਼ ਤੇ ਡੋਲ ਦੇ ਨਾਲ ਕੀ ਹੋਵੇਗਾ? ਤੁਸੀਂ ਇਹ ਘਰ ਵਿੱਚ ਕਈ ਵਾਰ ਹੋ ਵੀ ਜਾਂਦਾ, ਕੋਈ ਦਰਵ ਜੋ ਹੈ ਉਹ ਦੁੱਧ ਜਾਂ ਪਾਣੀ ਫਰਸ਼ ਉੱਤੇ ਡੁੱਲ ਜਾਂਦਾ, ਤਾਂ ਤੁਹਾਨੂੰ ਪਤਾ ਹੋਏਗਾ ਇਦਾਂ ਹੋਣ ਨਾਲ ਕੀ ਹੁੰਦਾ ਹੈ। ਕਿਸੇ ਇੱਕ ਦਰਵ ਦਾ 50 ml ਮਾਪ ਕੇ ਵੱਖ-ਵੱਖ ਬਰਤਨਾਂ ਵਿੱਚ ਕ੍ਰਮਵਾਰ ਇੱਕ-ਇੱਕ ਕਰਕੇ ਪਾਓ। ਕੀ ਹਰ ਵਾਰ ਆਇਤਨ ਬਰਾਬਰ ਰਹਿੰਦਾ ਹੈ? ਕੀ ਦਰਵਾਂ ਦਾ ਆਕਾਰ ਇੱਕ ਸਮਾਨ ਰਹਿੰਦਾ ਹੈ? ਦਰਵ ਨੂੰ ਇੱਕ ਬਰਤਨ ਤੋਂ ਦੂਜੇ ਬਰਤਨ ਵਿੱਚ ਉਲਟਾਉਣ ਨਾਲ ਕੀ ਇਹ ਆਸਾਨੀ ਨਾਲ ਵਹਿੰਦਾ ਹੈ? ਸੋ ਇਹ ਕੁਝ ਲੱਛਣ, ਇਹ ਕੁਝ ਵਿਸ਼ੇਸ਼ਤਾਵਾਂ ਬਾਰੇ ਅਸੀਂ ਜਾਣਾਂਗੇ ਜਦੋਂ ਅਸੀਂ ਇਹ ਕਿਰਿਆ ਕਰਕੇ ਦੇਖਾਂਗੇ। ਤੁਸੀਂ ਇਹ ਦੇਖ ਸਕਦੇ ਹੋ, ਲਿਕੁਇਡ ਦੀ ਐਗਜ਼ਾਮਪਲ ਦੁੱਧ ਇੱਕ ਬਰਤਨ ਵਿੱਚੋਂ ਦੂਜੇ ਬਰਤਨ ਵਿੱਚ ਵਹਿ ਰਿਹਾ ਹੈ ਤੇ ਜਦੋਂ ਹੀ ਇਹ ਦੂਜੇ ਬਰਤਨ ਵਿੱਚ ਜਾਂਦਾ ਹੈ ਇਹ ਉਸ ਦਾ ਆਕਾਰ ਲੈ ਲੈਂਦਾ ਹੈ। ਸੋ ਇਹ ਜੋ ਵਿਸ਼ੇਸ਼ਤਾ ਹੈ ਇਹ ਕਿਸ ਦੀ ਹੈ? ਇਹ ਦਰਵ ਦੀ, ਲਿਕੁਇਡ ਸਟੇਟ ਆਫ ਮੈਟਰ ਦੀ ਹੈ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਹੁਣ ਅਸੀਂ ਦਰਵ ਅਵਸਥਾ ਬਾਰੇ ਕੁਝ ਹੋਰ ਜਾਣਾਂਗੇ। ਵੇਖਣ ਤੋਂ ਅਸੀਂ ਵੇਖਦੇ ਹਾਂ ਕਿ ਦਰਵ ਦਾ ਕੋਈ ਆਕਾਰ ਨਹੀਂ, ਪਰ ਆਇਤਨ ਨਿਸ਼ਚਿਤ ਹੁੰਦਾ ਹੈ। ਤੁਸੀਂ ਦੇਖਿਆ ਹੋਵੇਗਾ ਜਦ ਇਸ ਨੂੰ ਅਸੀਂ ਵੱਖ-ਵੱਖ ਬਰਤਨਾਂ ਵਿੱਚ ਪਾਇਆ ਤਾਂ ਹੋਇਆ ਕਿ ਇਸ ਦਾ ਆਕਾਰ ਤਾਂ ਬਦਲ ਗਿਆ, ਪਰੰਤੂ ਇਸ ਦਾ ਵੋਲਿਊਮ, ਆਇਤਨ ਇਹ ਨਹੀਂ ਬਦਲਿਆ, ਇਹ ਸੇਮ ਰਿਹਾ। ਜਿਸ ਬਰਤਨ ਵਿੱਚ ਇਹਨਾਂ ਨੂੰ ਰੱਖਿਆ ਜਾਵੇ ਤਾਂ ਇਹ ਉਸੇ ਬਰਤਨ ਦਾ ਆਕਾਰ ਲੈ ਲੈਂਦੇ ਹਨ। ਦਰਵਾਂ ਵਿੱਚ ਵਹਿਣ ਹੁੰਦਾ ਹੈ ਅਤੇ ਇਹਨਾਂ ਦਾ ਆਕਾਰ ਬਦਲਦਾ ਹੈ, ਇਸ ਲਈ ਇਹ ਨਿੱਘਰ ਨਹੀਂ ਹੁੰਦੇ, ਇਹ ਤਰਲ ਹੁੰਦੇ ਹਨ। ਤੁਸੀਂ ਇਹ ਡਾਇਗਰਾਮ ਵਿੱਚ, ਇਸ ਫਿਗਰ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜੋ ਇਹਦੇ ਪਾਰਟੀਕਲਸ ਹਨ, ਜੋ ਇਸ ਦੇ ਦਰਵ ਦੇ ਕਣ ਹਨ, ਉਹ ਇਸ ਤਰ੍ਹਾਂ ਮੂਵ ਕਰਦੇ ਰਹਿੰਦੇ ਹਨ। ਇਹਨਾਂ ਵਿੱਚ ਗਤੀਜ ਊਰਜਾ ਠੋਸਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਇਹ ਇਸ ਤਰ੍ਹਾਂ ਇੱਕ ਤੋਂ ਦੂਜੀ ਥਾਂ ਵਹਿਣ ਕਰਦੇ ਹਨ, ਵਹਿੰਦੇ ਰਹਿੰਦੇ ਹਨ। ਕਿਰਿਆ 1.4 ਅਤੇ 1.5 ਦੀ ਰੋਸ਼ਨੀ ਵਿੱਚ ਅਸੀਂ ਵੇਖਿਆ ਕਿ ਠੋਸ ਅਤੇ ਦਰਵ ਦਾ ਪ੍ਰਸਾਰਣ ਦਰਵਾਂ ਵਿੱਚ ਸੰਭਵ ਹੈ। ਵਾਤਾਵਰਣ ਦੀਆਂ ਗੈਸਾਂ ਪ੍ਰਸਾਰਿਤ ਯਾਨੀ ਕਿ ਡਿਫਿਊਜ਼ ਹੋ ਕੇ ਪਾਣੀ ਵਿੱਚ ਘੁਲ ਜਾਂਦੀਆਂ ਹਨ। ਸੋ ਹੁੰਦਾ ਕੀ ਹੈ, ਜੋ ਗੈਸਿਸ ਹਨ ਉਹ ਪ੍ਰਸਾਰਿਤ ਹੋ ਕੇ, ਡਿਫਿਊਜ਼ ਹੋ ਕੇ ਪਾਣੀ ਵਿੱਚ ਘੁਲ ਸਕਦੀਆਂ ਹਨ, ਦਰਵ ਵਿੱਚ ਘੁਲ ਸਕਦੀਆਂ ਹਨ। ਇਹ ਗੈਸਾਂ ਖਾਸ ਕਰਕੇ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਜਲ ਜੰਤੂਆਂ ਅਤੇ ਪੌਦਿਆਂ ਲਈ ਜ਼ਰੂਰੀ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਜਲ ਵਿੱਚ ਵੀ ਜੀਵਨ ਮੌਜੂਦ ਹੈ।
ਇੱਥੇ ਵੀ ਤੁਹਾਨੂੰ ਜਲ ਜੰਤੂ ਅਤੇ ਜਲ ਦੇ ਪੌਦੇ ਦੇਖਣ ਨੂੰ ਮਿਲਦੇ ਹਨ। ਇਹੀ ਕਾਰਨ ਹੈ ਕਿ ਉਹ ਚੰਗੀ ਤਰ੍ਹਾਂ ਸਾਹ ਲੈ ਸਕਦੇ ਹਨ। ਸੋ ਜੋ ਕਾਰਬਨ ਡਾਈਆਕਸਾਈਡ ਤੇ ਆਕਸੀਜਨ ਦਾ ਦਰਵਾਂ ਵਿੱਚ ਘੁਲਣਾ ਹੀ ਜਲ ਜੀਵਨ ਦਾ ਆਧਾਰ ਹੈ। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ। ਸਾਰੇ ਜੀਵ ਆਪਣੇ ਜੀਵਨ ਨਿਰਵਾਹ ਲਈ ਸਾਹ ਲੈਂਦੇ ਹਨ। ਜਲ ਜੰਤੂ ਪਾਣੀ ਵਿੱਚ ਘੁਲੀ ਆਕਸੀਜਨ ਕਾਰਨ ਸਾਹ ਲੈ ਪਾਉਂਦੇ ਹਨ। ਇਹ ਇਸ ਤਰ੍ਹਾਂ ਅਸੀਂ ਇਸ ਨਤੀਜੇ ਤੇ ਪੁੱਜਦੇ ਹਾਂ ਕਿ ਦਰਵ ਵਿੱਚ ਠੋਸ, ਦਰਵ ਅਤੇ ਗੈਸ ਤਿੰਨਾਂ ਦਾ ਪ੍ਰਸਾਰਣ ਹੁੰਦਾ ਹੈ। ਸੋ ਇਸ ਤੋਂ ਸਾਨੂੰ ਕੀ ਪਤਾ ਲੱਗਿਆ ਕਿ ਪਾਣੀ ਵਿੱਚ, ਦਰਵ ਵਿੱਚ, ਠੋਸ, ਦਰਵ ਅਤੇ ਗੈਸ ਤਿੰਨੋਂ ਸਟੇਟਸ ਆਫ ਮੈਟਰ, ਆਲ ਦ 3 ਸਟੇਟਸ ਆਫ ਮੈਟਰ ਦਾ ਕੀ ਹੁੰਦਾ ਹੈ, ਪ੍ਰਸਾਰਣ ਹੁੰਦਾ ਹੈ। ਠੋਸਾਂ ਦੀ ਬਜਾਏ ਦਰਵਾਂ ਵਿੱਚ ਵਿਸਰਣ ਦੀ ਦਰ ਵਧੇਰੇ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਦਰਵ ਅਵਸਥਾ ਵਿੱਚ ਪਦਾਰਥ ਦੇ ਕਣ ਸੁਤੰਤਰ ਰੂਪ ਵਿੱਚ ਗਤੀ ਕਰਦੇ ਹਨ। ਤੁਸੀਂ ਦੇਖ ਸਕਦੇ ਹੋ ਇਹ ਜੋ ਕਣ ਹਨ ਦੂਰ ਹਨ ਅਤੇ ਸੁਤੰਤਰ ਰੂਪ ਵਿੱਚ ਗਤੀ ਕਰ ਰਹੇ ਹਨ। ਇਸੇ ਕਾਰਨ ਇਹ ਵਹਿਣ ਰੱਖਦਾ ਹੈ, ਇਹ ਵਹਿੰਦਾ ਹੈ। ਅਵਸਥਾ ਵਿੱਚ ਪਦਾਰਥ ਦੇ ਕਣ ਸੁਤੰਤਰ ਰੂਪ ਵਿੱਚ ਗਤੀ ਕਰਦੇ ਹਨ ਅਤੇ ਠੋਸਾਂ ਦੀ ਬਜਾਏ ਦਰਵਾਂ ਦੇ ਕਣ ਵਿੱਚ ਖਾਲੀ ਥਾਵਾਂ ਵਧੇਰੇ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਖਾਲੀ ਥਾਵਾਂ ਬਹੁਤ ਜ਼ਿਆਦਾ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਹ ਵਹਿੰਦੇ ਹਨ। ਇਹੀ ਕਾਰਨ ਹੈ ਕਿ ਇਹਨਾਂ ਵਿੱਚ ਵਿਸਰਣ ਅਤੇ ਪ੍ਰਸਾਰਣ ਜੋ ਹੈ ਉਹ ਜ਼ਿਆਦਾ ਹੁੰਦਾ ਹੈ ਅਤੇ ਤਿੰਨੋਂ ਸਟੇਟਸ ਦਾ ਯਾਨੀ ਕਿ ਠੋਸ, ਤਰਲ ਅਤੇ ਗੈਸਾਂ ਦਾ ਪ੍ਰਸਾਰਣ ਇਹਨਾਂ ਵਿੱਚ ਹੋ ਸਕਦਾ ਹੈ। ਸੋ ਆਓ ਬੱਚਿਓ ਲੈਸਨ ਵਿੱਚ ਅੱਗੇ ਦੇਖਦੇ ਹਾਂ। ਕਿਰਿਆ 100 ml ਦੀਆਂ 3 ਸਿਰਿੰਜਾਂ ਲਓ ਅਤੇ ਉਹਨਾਂ ਦੇ ਸਿਰੇ ਨੂੰ ਰਬੜ ਦੇ ਕਾਰਕ ਨਾਲ ਬੰਦ ਕਰ ਦਿਓ। ਤੁਸੀਂ ਇਸ ਵਿੱਚ ਦੇਖ ਸਕਦੇ ਹੋ ਜੋ ਡਾਇਗਰਾਮ ਹੈ, ਜੋ ਚਿੱਤਰ ਹੈ, ਚਿੱਤਰ 1.4, ਇਸ ਵਿੱਚ ਅਸੀਂ ਇੱਕ ਸਿਰਿੰਜ ਲਈ ਹੈ। ਇਹ ਤੁਹਾਨੂੰ ਇੱਕ ਸਿਰਿੰਜ ਦਾ ਨਮੂਨਾ ਦਿਖਾਇਆ ਗਿਆ ਹੈ, ਪਰੰਤੂ ਇਸ ਵਿੱਚ ਵਰਤੀਆਂ ਜਾਣਗੀਆਂ 3 ਸਿਰਿੰਜਾਂ ਜਿਵੇਂ ਚਿੱਤਰ 1.4 ਵਿੱਚ ਵਿਖਾਇਆ ਗਿਆ ਹੈ। ਸਾਰੀਆਂ ਸਿਰਿੰਜਾਂ ਦੇ ਪਿਸਟਨਾਂ ਨੂੰ ਹਟਾ ਲਓ। ਪਹਿਲੀ ਸਿਰਿੰਜ ਵਿੱਚ ਹਵਾ ਰਹਿਣ ਦਿਓ, ਦੂਜੀ ਵਿੱਚ ਪਾਣੀ ਅਤੇ ਤੀਜੀ ਵਿੱਚ ਚਾਕ ਦੇ ਟੁਕੜੇ ਭਰ ਦਿਓ। ਪਿਸਟਨ ਨੂੰ ਵਾਪਸ ਸਿਰਿੰਜ ਵਿੱਚ ਲਗਾਓ। ਸਿਰਿੰਜ ਦੇ ਪਿਸਟਨ ਦੀ ਗਤੀਸ਼ੀਲਤਾ ਆਸਾਨ ਕਰਨ ਲਈ ਇਸ ਤੇ ਥੋੜਾ ਵੈਸਲੀਨ ਲਗਾ ਦਿਓ। ਹੁਣ ਪਿਸਟਨ ਚਿੱਤਰ 1.4 ਨੂੰ ਸਿਰਿੰਜ ਵਿੱਚ ਪਾ ਕੇ ਕੰਪਰੈਸ ਕਰਨ ਦੀ ਕੋਸ਼ਿਸ਼ ਕਰੋ, ਇਸ ਦਾ ਨਪੀੜਨ ਕਰਨ ਦੀ ਕੋਸ਼ਿਸ਼ ਕਰੋ। ਸੋ ਤੁਸੀਂ ਕਰਨਾ ਕੀ ਹੈ, 3 ਸਿਰਿੰਜਾਂ ਲੈਣੀਆਂ ਹਨ ਅਤੇ ਉਹਨਾਂ ਦਾ ਪਿਸਟਨ ਹਟਾ ਕੇ ਇਸ ਪਾਸੇ ਤੋਂ ਇਹਨਾਂ ਵਿੱਚ, ਇੱਕ ਵਿੱਚ ਤਾਂ ਹਵਾ ਹੈ ਹੀ ਹੈ, ਦੂਸਰੇ ਵਿੱਚ ਪਾਣੀ, ਤੀਸਰੇ ਵਿੱਚ ਚਾਕ ਦੇ ਟੁਕੜੇ ਭਰ ਦੇਣੇ ਹਨ ਅਤੇ ਉਸ ਤੋਂ ਬਾਅਦ ਇਸ ਪਿਸਟਨ ਨੂੰ ਦੁਬਾਰਾ ਲਗਾ ਦੇਣਾ ਹੈ। ਇਸ ਤੋਂ ਪਹਿਲਾਂ ਤੁਸੀਂ ਜੋ ਇਹ ਸੁਰਾਖ ਹੈ ਜਿਸ ਵਿੱਚ ਕੀ ਸੂਈ ਲੱਗਦੀ ਹੈ ਉਸ ਨੂੰ ਕਾਰਕ, ਇੱਕ ਰਬੜ ਕਾਰਕ ਨਾਲ ਸੀਲ ਕਰ ਦੇਣਾ ਹੈ, ਬੰਦ ਕਰ ਦੇਣਾ ਹੈ ਅਤੇ 3 ਚੀਜ਼ਾਂ ਪਾਣੀ, ਹਵਾ ਅਤੇ ਜੋ ਚਾਕ ਦੇ ਟੁਕੜੇ ਹਨ ਉਹ ਇਸ ਵਿੱਚ ਪਾ ਕੇ ਤੁਸੀਂ ਇਸ ਪਾਸੋਂ ਪਿਸਟਨ ਨੂੰ ਪੁਸ਼ ਕਰਨ ਦੀ ਕੋਸ਼ਿਸ਼ ਕਰਨੀ ਹੈ, ਇਸ ਨੂੰ ਅੱਗੇ ਧੱਕਣ ਦੀ ਕੋਸ਼ਿਸ਼ ਕਰਨੀ ਹੈ ਅਤੇ ਇਸ ਤੋਂ ਤੁਹਾਨੂੰ ਪਤਾ ਕੀ ਲੱਗੇਗਾ ਕਿ ਕਿਸ ਅਵਸਥਾ ਦਾ ਨਪੀੜਨ ਕਿਸ ਹੱਦ ਤੱਕ ਹੋ ਸਕਦਾ ਹੈ। ਤੁਸੀਂ ਦੇਖੋਗੇ ਕਿ ਜੋ ਗੈਸ ਹੈ ਉਸਦਾ, ਜੋ ਹਵਾ ਹੈ ਉਸਦਾ ਨਪੀੜਨ ਸਭ ਤੋਂ ਜ਼ਿਆਦਾ ਹੋ ਸਕਦਾ ਹੈ। ਉਸ ਤੋਂ ਬਾਅਦ ਤਰਲ ਦੀ ਵਾਰੀ ਆਏਗੀ ਤੇ ਠੋਸ ਜੋ ਕਿ ਚਾਕ ਦੇ ਟੁਕੜੇ ਹਨ ਉਹਨਾਂ ਦਾ ਨਪੀੜਨ ਨਾ ਬਰਾਬਰ ਹੀ ਹੋ ਪਾਏਗਾ। ਸੋ ਇਹ ਕਿਰਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਅਵਸਥਾ ਦਾ, ਪਦਾਰਥ ਦੀ ਕਿਸ ਅਵਸਥਾ ਦਾ ਨਪੀੜਨ ਕਿਸ ਹੱਦ ਤੱਕ ਤੇ ਕਿੰਨਾ ਜ਼ਿਆਦਾ ਹੋ ਸਕਦਾ ਹੈ। ਸੋ ਆਓ ਬੱਚਿਓ ਅੱਗੇ ਚੱਲਦੇ ਹਾਂ। ਅਸੀਂ ਕਿਰਿਆ ਤੋਂ ਕੀ ਵੇਖਿਆ ਕਿ ਠੋਸਾਂ ਅਤੇ ਦਰਵਾਂ ਦੀ ਤੁਲਨਾ ਵਿੱਚ ਗੈਸਾਂ ਦਾ ਨਪੀੜਨ ਕਾਫੀ ਜ਼ਿਆਦਾ ਹੁੰਦਾ ਹੈ। ਅਸੀਂ ਇਹ ਦੇਖ ਚੁੱਕੇ ਹਾਂ ਪਿਛਲੀ ਕਿਰਿਆ ਵਿੱਚ। ਸਾਡੇ ਘਰਾਂ ਵਿੱਚ ਖਾਣਾ ਬਣਾਉਣ ਵਿੱਚ ਵਰਤੀ ਜਾਣ ਵਾਲੀ ਗੈਸ ਦਰਵਿਤ ਪੈਟਰੋਲੀਅਮ ਗੈਸ, ਇੰਗਲਿਸ਼ ਵਿੱਚ ਲਿਕੁਇਫਾਈਡ ਪੈਟਰੋਲੀਅਮ ਗੈਸ, ਜਿਹਨੂੰ ਅਸੀਂ ਸ਼ਾਰਟ ਫਾਰਮ ਕੀ ਕਹਿੰਦੇ ਆ, LPG, ਜਾਂ ਹਸਪਤਾਲਾਂ ਵਿੱਚ ਦਿੱਤੀ ਜਾਣ ਵਾਲੀ ਆਕਸੀਜਨ ਸਿਲੰਡਰ ਵਿੱਚ ਨਪੀੜਤ ਕੰਪਰੈਸਡ ਗੈਸ ਹੁੰਦੀ ਹੈ। ਅੱਜ ਕੱਲ੍ਹ ਵਾਹਨਾਂ ਵਿੱਚ ਬਾਲਣ ਮਤਲਬ ਇੰਗਲਿਸ਼ ਵਿੱਚ ਇਹਨੂੰ ਕੀ ਕਹਿੰਦੇ ਆ, ਫਿਊਲ ਦੇ ਰੂਪ ਵਿੱਚ ਨਪੀੜਤ ਕੁਦਰਤੀ ਗੈਸ ਯਾਨੀ ਕਿ ਕੰਪਰੈਸਡ ਨੈਚੁਰਲ ਗੈਸ, ਜਿਹਨੂੰ ਅਸੀਂ ਆਮ ਨਾਮ ਨਾਲ ਕੀ ਜਾਣਦੇ ਹਾਂ, CNG। ਅਸੀਂ ਕਹਿੰਦੇ ਹਾਂ ਕਿ ਅਸੀਂ CNG ਭਰਵਾਈ ਹੈ, ਉਸ ਦਾ ਪੂਰਾ ਮਤਲਬ ਕੀ ਬਣਦਾ ਹੈ, ਕੰਪਰੈਸਡ ਨੈਚੁਰਲ ਗੈਸ ਦੀ ਵਰਤੋਂ ਹੁੰਦੀ ਹੈ। ਨਪੀੜਨ ਕਾਫੀ ਹੋਣ ਕਾਰਨ ਗੈਸ ਦੇ ਬਹੁਤ ਜ਼ਿਆਦਾ ਆਇਤਨ ਨੂੰ ਇੱਕ ਘੱਟ ਆਇਤਨ ਵਾਲੇ ਸਿਲੰਡਰ ਵਿੱਚ ਨਪੀੜਤ ਕੀਤਾ ਜਾ ਸਕਦਾ ਹੈ ਅਤੇ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜਿਆ ਜਾ ਸਕਦਾ ਹੈ। ਸੋ ਇਹ ਗੈਸਿਸ ਨੂੰ ਸਿਲੰਡਰ ਵਿੱਚ ਪਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਹਦੇ ਨਾਲ ਬਹੁਤ ਜ਼ਿਆਦਾ ਆਇਤਨ ਦੀ ਗੈਸ ਇੱਕ ਛੋਟੇ ਜਿਹੇ ਸਿਲੰਡਰ ਵਿੱਚ ਭਰ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਟ੍ਰਾਂਸਫਰ ਕੀਤੀ ਜਾ ਸਕਦੀ ਹੈ, ਲਿਜਾਈ ਜਾ ਸਕਦੀ ਹੈ। ਸੋ ਤੁਸੀਂ ਇਹ ਦੇਖ ਸਕਦੇ ਹੋ ਤਸਵੀਰ ਆਕਸੀਜਨ ਸਿਲੰਡਰ। ਇਹ ਤਸਵੀਰ ਤੁਹਾਨੂੰ ਕਿਸੇ ਹਸਪਤਾਲ ਵਿੱਚ ਦੇਖਣ ਨੂੰ ਆਮ ਮਿਲ ਜਾਏਗੀ। ਤੁਸੀਂ ਇੱਕ ਕਾਰਬਨ ਡਾਈਆਕਸਾਈਡ ਦੇ ਸਿਲੰਡਰਸ ਵੀ ਦੇਖਦੇ ਹੋ ਥਾਂ ਤੇ ਜੋ ਪਏ ਹੁੰਦੇ ਹਨ, ਜੋ ਕਿ ਫਾਇਰ ਐਕਸਟਿੰਗੁਇਸ਼ਰ, ਜੋ ਕਿ ਅੱਗ ਬੁਝਾਉਣ ਦੇ ਕੰਮ ਆਉਂਦੇ ਹਨ, ਉਹ ਵੀ ਉਹਦੇ ਵਿੱਚ ਵੀ ਕੰਪਰੈਸਡ ਕਾਰਬਨ ਡਾਈਆਕਸਾਈਡ ਹੁੰਦੀ ਹੈ। ਸੋ ਆਓ ਬੱਚਿਓ ਅੱਗੇ ਚੱਲਦੇ ਹਾਂ। ਸਾਡੇ ਨੱਕ ਤੱਕ ਪਹੁੰਚਣ ਵਾਲੀ ਮਹਿਕ ਤੋਂ ਬਿਨਾਂ ਰਸੋਈ ਵਿੱਚ ਦਾਖਲ ਹੋਏ ਹੀ ਅਸੀਂ ਜਾਣ ਸਕਦੇ ਹਾਂ ਕਿ ਕਿਹੜਾ ਪਦਾਰਥ ਪਕਾਇਆ ਜਾ ਰਿਹਾ ਹੈ। ਇਹ ਮਹਿਕ ਸਾਡੇ ਤੱਕ ਕਿਵੇਂ ਪਹੁੰਚਦੀ ਹੈ। ਸੋ ਇੱਕ ਨਵਾਂ ਸਵਾਲ
ਇਹ ਕਿ ਜਦ ਕਿ ਅਸੀਂ ਰਸੋਈ ਵਿੱਚ ਨਹੀਂ ਵੀ ਹੁੰਦੇ ਤਾਂ ਵੀ ਸਾਨੂੰ ਕਿਵੇਂ ਪਤਾ ਚੱਲ ਜਾਂਦਾ ਹੈ, ਉਹ ਮਹਿਕ, ਉਹ ਪਕਾਏ ਗਏ ਭੋਜਨ ਦੀ ਮਹਿਕ ਸਾਡੇ ਤੱਕ ਕਿਵੇਂ ਪਹੁੰਚ ਜਾਂਦੀ ਹੈ ਕਿ ਜਿਸ ਤੋਂ ਕਿ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਸੋਈ ਘਰ ਵਿੱਚ ਕੀ ਪਕ ਰਿਹਾ ਹੈ। ਭੋਜਨ ਦੀ ਮਹਿਕ ਦੇ ਕਣ ਹਵਾ ਵਿੱਚ ਮਿਲ ਜਾਂਦੇ ਹਨ ਅਤੇ ਰਸੋਈ ਤੋਂ ਫੈਲ ਕੇ ਸਾਡੇ ਨੱਕ ਤੱਕ ਪਹੁੰਚ ਜਾਂਦੇ ਹਨ। ਇਹ ਮਹਿਕ ਦੇ ਕਣ ਹੋਰ ਵੀ ਦੂਰ ਤੱਕ ਜਾ ਸਕਦੇ ਹਨ। ਪੱਕੇ ਹੋਏ ਗਰਮ ਭੋਜਨ ਦੀ ਮਹਿਕ ਸਾਡੇ ਤੱਕ ਕੁਝ ਹੀ ਛਿਣਾਂ ਵਿੱਚ ਪਹੁੰਚ ਜਾਂਦੀ ਹੈ। ਇਸ ਦੀ ਤੁਲਨਾ ਠੋਸ ਅਤੇ ਦਰਵਾਂ ਦੇ ਪ੍ਰਸਰਣ ਡਿਫਿਊਜ਼ਨ ਨਾਲ ਕਰੋ। ਸੋ ਹੁੰਦਾ ਕੀ ਹੈ, ਜੋ ਭੋਜਨ ਦੇ ਕਣ ਹਨ ਉਹ ਡਿਫਿਊਜ਼ ਹੋ ਕੇ ਹਵਾ ਵਿੱਚ ਮਿਲ ਜਾਂਦੇ ਹਨ ਅਤੇ ਸਾਡੇ ਨੱਕ ਤੱਕ ਪਹੁੰਚ ਜਾਂਦੇ ਹਨ। ਕਣਾਂ ਦੀ ਤੇਜ਼ ਗਤੀ ਅਤੇ ਬਹੁਤ ਜ਼ਿਆਦਾ ਖਾਲੀ ਥਾਵਾਂ ਦੇ ਕਾਰਨ ਗੈਸਾਂ ਜਾਂ ਦੂਜੀਆਂ ਗੈਸਾਂ ਵਿੱਚ ਵਿਸਰਣ ਬਹੁਤ ਤੇਜ਼ੀ ਨਾਲ ਹੁੰਦਾ ਹੈ। ਸੋ ਜੋ ਗੈਸਿਸ ਹਨ ਉਹਦੇ ਜੋ ਕਣਾਂ ਦੇ ਵਿੱਚ ਕਾਫੀ ਜਗ੍ਹਾ ਹੁੰਦੀ ਹੈ ਜਿਸ ਵਿੱਚ ਕਿ ਭੋਜਨ ਦੇ ਕਣ ਮਿਲ ਜਾਂਦੇ ਹਨ ਅਤੇ ਉਹ ਸਾਡੇ ਨੱਕ ਤੱਕ ਪਹੁੰਚ ਕੇ ਸਾਨੂੰ ਇਹ ਦੱਸ ਦਿੰਦੇ ਹਨ ਕਿ ਰਸੋਈ ਘਰ ਵਿੱਚ ਕੀ ਪਕਾਇਆ ਜਾ ਰਿਹਾ ਹੈ। ਸੋ ਇਹੀ ਕਾਰਨ ਹੈ ਕਿ ਸਾਨੂੰ ਪਤਾ ਚੱਲ ਜਾਂਦਾ ਹੈ ਕਾਫੀ ਦੂਰ ਤੋਂ ਹੀ ਕਿ ਰਸੋਈ ਘਰ ਵਿੱਚ ਕੀ ਪਕਾਇਆ ਜਾ ਰਿਹਾ ਹੈ। ਸੋ ਬੱਚਿਓ, ਇਹ ਜੋ ਸਲਾਈਡ ਹੈ ਇਸ ਨਾਲ ਤੁਹਾਨੂੰ ਤਿੰਨੋਂ ਅਵਸਥਾਵਾਂ, ਪਦਾਰਥ ਦੀਆਂ ਤਿੰਨੋਂ ਅਵਸਥਾਵਾਂ, all three states of matter ਨੂੰ ਸਮਝਣ ਵਿੱਚ ਕਾਫੀ ਮਦਦ ਮਿਲੇਗੀ। ਤੁਸੀਂ ਦੇਖ ਸਕਦੇ ਹੋ ਕਿ ਠੋਸ ਦੇ ਜੋ ਕਣ ਹਨ ਇਹ ਬਿਲਕੁਲ ਟਾਈਟਲੀ ਪੈਕਡ ਹੁੰਦੇ ਹਨ, ਬਿਲਕੁਲ ਇੱਕ ਦੂਜੇ ਦੇ ਨੇੜੇ ਹੁੰਦੇ ਹਨ। ਤੇ ਦਰਵ ਵਿੱਚ ਕੀ ਹੁੰਦਾ ਹੈ ਕਿ ਕਾਫੀ ਸਪੇਸਿਸ ਹੁੰਦੀਆਂ ਹਨ, ਇਹ ਬਿਲਕੁਲ ਨੇੜੇ ਨਹੀਂ ਹੁੰਦੇ। ਅਤੇ ਗੈਸ ਵਿੱਚ ਕੀ ਹੁੰਦਾ ਹੈ, ਇਹ ਕਣ ਬਹੁਤ ਦੂਰ ਹੁੰਦੇ ਹਨ ਤੇ ਜਿਹੜੀਆਂ ਇਹਦੇ ਵਿੱਚ ਖਾਲੀ ਥਾਵਾਂ ਹਨ ਉਹ ਬਹੁਤ ਹੀ ਜ਼ਿਆਦਾ ਹੁੰਦੀਆਂ ਹਨ। ਇਹ ਜੋ ਤਿੰਨ ਡਾਇਗਰਾਮਸ ਹਨ ਇਹ ਤੁਹਾਨੂੰ ਦੱਸ ਰਹੀਆਂ ਹਨ ਕਿ ਇਹਨਾਂ ਵਿੱਚ ਗਤਿਜ ਊਰਜਾ ਕਿਵੇਂ ਹੁੰਦੀ ਹੈ। ਤੁਸੀਂ ਦੇਖੋਗੇ ਕਿ ਜੋ ਠੋਸ ਦੇ ਕਣ ਹਨ ਉਹ ਨੇੜੇ ਹੋਣ ਕਾਰਨ ਬਹੁਤ ਹੀ ਘੱਟ ਗਤਿਜ ਊਰਜਾ ਰੱਖਦੇ ਹਨ। ਉਸ ਤੋਂ ਬਾਅਦ ਇਹ ਲਿਕੁਇਡ ਯਾਨੀ ਕਿ ਦਰਵ, ਇਸ ਵਿੱਚ ਗਤਿਜ ਊਰਜਾ ਜ਼ਿਆਦਾ ਹੁੰਦੀ ਹੈ ਠੋਸਾਂ ਤੋਂ, ਪਰੰਤੂ ਗੈਸਿਸ ਤੋਂ ਘੱਟ ਹੁੰਦੀ ਹੈ। ਤੁਸੀਂ ਤੀਜਾ ਦੇਖੋਗੇ ਕਿ ਗੈਸਿਸ ਇਹ ਜੋ ਹਨ ਇਹ ਬੜੀ ਤੇਜ਼ੀ ਨਾਲ ਮੂਵ ਕਰ ਰਹੇ ਹਨ, ਇਹਨਾਂ ਵਿੱਚ ਗਤਿਜ ਊਰਜਾ ਬਹੁਤ ਜ਼ਿਆਦਾ ਹੈ ਅਤੇ ਓਪਨ ਸਪੇਸ, ਖਾਲੀ ਥਾਵਾਂ ਵੀ ਬਹੁਤ ਜ਼ਿਆਦਾ ਹਨ। ਗੈਸੀ ਅਵਸਥਾ ਵਿੱਚ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੇਜ਼ ਹੁੰਦੀ ਹੈ। ਤੁਸੀਂ ਦੇਖੋਗੇ ਜੋ ਇਹਨਾਂ ਦੀ ਗਤੀ ਹੈ ਇਹ ਨਿਯਮਿਤ ਹੈ ਤੇ ਜੋ ਦਰਵ ਹਨ ਇਹਨਾਂ ਦੀ ਗਤੀ ਹੈ ਤਾਂ ਠੋਸ ਤੋਂ ਜ਼ਿਆਦਾ ਪਰ ਫਿਰ ਵੀ ਨਿਯਮਿਤ ਹੈ, ਪਰੰਤੂ ਗੈਸਾਂ ਵਿੱਚ ਇਹ ਬਿਲਕੁਲ ਹੀ ਅਨਿਯਮਿਤ ਹੈ। ਇਹ ਜੋ ਕਣ ਹਨ ਇਹ ਕਿਸੇ ਪਾਸੇ ਬੇਤਰਤੀਬ ਘੁੰਮ ਰਹੇ ਹਨ। ਸੋ ਇਹੀ ਨੀਚੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਅਨਿਯਮਿਤ ਗਤੀ ਦੇ ਕਾਰਨ ਇਹ ਕਣ ਆਪਸ ਵਿੱਚ ਅਤੇ ਬਰਤਨ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਰਹਿੰਦੇ ਹਨ। ਤੁਸੀਂ ਦੇਖ ਸਕਦੇ ਹੋ ਜੋ ਕਣ ਹਨ ਬਾਰ-ਬਾਰ ਕੀ ਕਰ ਰਹੇ ਹਨ, ਉਹ ਬਰਤਨ ਦੀਆਂ ਦੀਵਾਰਾਂ ਨਾਲ ਟਕਰਾ ਰਹੇ ਹਨ। ਬਰਤਨ ਦੀ ਦੀਵਾਰ ਤੇ ਗੈਸ ਕਣਾਂ ਦੁਆਰਾ ਪ੍ਰਤੀ ਇਕਾਈ ਖੇਤਰ ਉੱਤੇ ਲੱਗੇ ਬਲ ਦੇ ਕਾਰਨ ਹੀ ਗੈਸ ਦਾ ਦਬਾਅ ਬਣਦਾ ਹੈ। ਸੋ ਇਹੀ ਕਾਰਨ ਹੈ ਕਿ ਜੋ ਗੈਸਿਸ ਹਨ ਉਹ ਆਪਣੇ ਜੋ ਸਿਲੰਡਰ ਹੈ ਜਾਂ ਜੋ ਬਰਤਨ ਹੈ ਉਸ ਦੀਆਂ ਜੋ ਦੀਵਾਰਾਂ ਹਨ ਉਸ ਤੇ ਦਬਾਅ ਬਣਾਉਂਦੀਆਂ ਹਨ। ਅਗਲਾ ਸਵਾਲ, ਚੈਪਟਰ ਦਾ ਅਗਲਾ ਭਾਗ, ਕੀ ਪਦਾਰਥ ਆਪਣੀ ਅਵਸਥਾ ਨੂੰ ਬਦਲ ਸਕਦਾ ਹੈ? ਕੈਨ ਮੈਟਰ ਚੇਂਜ ਇਟਸ ਸਟੇਟ? ਆਪਣੇ ਪ੍ਰੀਖਣ ਤੋਂ ਅਸੀਂ ਜਾਣਦੇ ਹਾਂ ਕਿ ਪਾਣੀ ਤਿੰਨਾਂ ਅਵਸਥਾਵਾਂ ਵਿੱਚ ਰਹਿ ਸਕਦਾ ਹੈ। ਸਾਨੂੰ ਪਹਿਲਾਂ ਹੀ ਪਤਾ ਹੈ, ਅਸੀਂ ਇਸ ਬਾਰੇ ਪ੍ਰੀਖਣ ਕੀਤਾ ਹੈ ਕਿ ਜੋ ਪਾਣੀ ਹੈ ਉਹ ਤਿੰਨੋਂ ਅਵਸਥਾਵਾਂ ਵਿੱਚ ਪਾਇਆ ਜਾਂਦਾ ਹੈ। ਠੋਸ, ਇਹਦੀ ਐਗਜ਼ਾਮਪਲ ਜਿਵੇਂ ਕਿ ਬਰਫ਼, ਆਈਸ। ਤਰਲ ਜਿਵੇਂ ਕਿ ਪਾਣੀ ਆਪਣੇ ਮੂਲ ਰੂਪ ਵਿੱਚ। ਨੰਬਰ 3 ਗੈਸ ਜਿਵੇਂ ਕਿ ਜਲ ਵਾਸ਼ਪ, ਵਾਟਰ ਵੇਪਰ। ਅਵਸਥਾ ਬਦਲਣ ਵੇਲੇ ਪਦਾਰਥ ਵਿੱਚ ਕੀ ਹੁੰਦਾ ਹੈ? ਅਵਸਥਾ ਪਰਿਵਰਤਨ ਨਾਲ ਪਦਾਰਥ ਦੇ ਕਣਾਂ ਤੇ ਕੀ ਪ੍ਰਭਾਵ ਪੈਂਦਾ ਹੈ? ਕੀ ਸਾਨੂੰ ਇਹਨਾਂ ਪ੍ਰਸ਼ਨਾਂ ਦਾ ਉੱਤਰ ਨਹੀਂ ਲੱਭਣਾ ਚਾਹੀਦਾ? ਬਿਲਕੁਲ ਲੱਭਣਾ ਚਾਹੀਦਾ ਹੈ, ਕਿਉਂਕਿ ਪ੍ਰਸ਼ਨ ਦੇ ਉੱਤਰ ਲੱਭਣਾ ਹੀ ਤਾਂ ਸਾਇੰਸ ਹੈ ਬੱਚਿਓ। ਸੋ ਆਓ ਅੱਗੇ ਦੇਖਦੇ ਹਾਂ। ਤਾਪਮਾਨ ਵਿੱਚ ਪਰਿਵਰਤਨ। ਸੋ ਅਸੀਂ ਦੇਖਾਂਗੇ ਇਸ ਕਿਰਿਆ ਨਾਲ ਕਿ ਤਾਪਮਾਨ ਵਿੱਚ ਪਰਿਵਰਤਨ ਕਰਨ ਨਾਲ ਜੋ ਮੈਟਰ ਦੀ ਸਟੇਟ ਹੈ, ਜੋ ਕਿ ਪਦਾਰਥ ਦੀ ਅਵਸਥਾ ਹੈ, ਉਸ ਤੇ ਕੀ ਅਸਰ ਹੁੰਦਾ ਹੈ। ਕਿਰਿਆ, ਬੀਕਰ ਵਿੱਚ 150 ਗ੍ਰਾਮ ਬਰਫ਼ ਦਾ ਟੁਕੜਾ ਲਓ ਅਤੇ ਚਿੱਤਰ 1.6 ਆ ਤੁਸੀਂ ਦੇਖ ਸਕਦੇ ਹੋ ਅਨੁਸਾਰ ਉਸ ਵਿੱਚ ਪ੍ਰਯੋਗਸ਼ਾਲਾ ਵਿੱਚ ਵਰਤੇ ਜਾਣ ਵਾਲੇ ਥਰਮਾਮੀਟਰ ਨੂੰ ਇਸ ਤਰ੍ਹਾਂ ਲਟਕਾਓ ਕਿ ਥਰਮਾਮੀਟਰ ਦਾ ਬਲਬ ਬਰਫ਼ ਦੀ ਸਤ੍ਹਾ ਨੂੰ ਛੂ ਰਿਹਾ ਹੋਵੇ। ਘੱਟ ਸੇਕ ਤੇ ਬੀਕਰ ਨੂੰ ਗਰਮ ਕਰਨਾ ਸ਼ੁਰੂ ਕਰੋ। ਜਦੋਂ ਬਰਫ਼ ਪਿਘਲਣ ਲੱਗੇ ਤਾਂ ਤਾਪਮਾਨ ਨੋਟ ਕਰੋ। ਜਦੋਂ ਪੂਰੀ ਬਰਫ਼ ਪਾਣੀ ਵਿੱਚ ਪਰਿਵਰਤਿਤ ਹੋ ਜਾਵੇ, ਪਾਣੀ ਵਿੱਚ ਬਦਲ ਜਾਵੇ ਤਾਂ ਫਿਰ ਤਾਪਮਾਨ ਨੋਟ ਕਰੋ। ਠੋਸ ਤੋਂ ਦਰਵ ਅਵਸਥਾ ਵਿੱਚ ਹੋਣ ਵਾਲੇ ਪਰਿਵਰਤਨ ਵਿੱਚ ਪ੍ਰੀਖਣ ਨੂੰ ਨੋਟ ਕਰੋ। ਸੋ ਇਹ ਤੁਸੀਂ ਜੋ ਆਬਜ਼ਰਵੇਸ਼ਨਸ ਹਨ, ਵੱਖ-ਵੱਖ ਤਾਪਮਾਨ ਸਾਰੇ ਨੋਟ ਕਰਨੇ ਹਨ। ਤੁਸੀਂ ਦੇਖੋ, ਇਸ ਨੂੰ ਆਪਾਂ ਦੁਬਾਰਾ ਇੱਕ ਵਾਰ ਪੜ੍ਹਦੇ ਹਾਂ। ਇਹ ਜੋ ਬੀਕਰ ਹੈ, ਇਹ ਸਟੈਂਡ ਹੈ ਜਿਸ ਵਿੱਚ ਕਿ ਥਰਮਾਮੀਟਰ ਲਟਕਾਇਆ ਗਿਆ, ਨੀਚੇ ਬਰਫ਼ ਹੈ ਤੇ ਬਰਨਰ ਨਾਲ ਤੁਸੀਂ ਇਸ ਨੂੰ ਹਲਕਾ ਸੇਕ ਦੇ ਰਹੇ ਹੋ। तो ਇਸ ਨਾਲ ਹੋਵੇਗਾ ਕਿ ਹੌਲੀ-ਹੌਲੀ ਜੋ ਬਰਫ਼ ਹੈ ਉਹ ਪਾਣੀ ਵਿੱਚ ਪਰਿਵਰਤਿਤ ਹੋ ਜਾਵੇਗੀ। ਤੁਸੀਂ ਇਸ ਕਿਰਿਆ ਤੋਂ ਪਹਿਲਾਂ ਬਰਫ਼ ਦਾ ਤਾਪਮਾਨ ਨੋਟ ਕਰਨਾ ਅਤੇ ਪਾਣੀ ਵਿੱਚ ਪਰਿਵਰਤਿਤ ਹੋਣ ਦੇ ਦੌਰਾਨ ਵੀ ਪ੍ਰੀਖਣ ਨੋਟ ਕਰਨੇ ਹਨ, ਉਸ ਦਾ ਤਾਪਮਾਨ ਨੋਟ ਕਰਨਾ ਹੈ ਅਤੇ ਜਦੋਂ ਸਾਰੀ ਬਰਫ਼ ਪਾਣੀ ਵਿੱਚ ਪਰਿਵਰਤਿਤ ਹੋ ਜਾਵੇ ਉਸ ਸਮੇਂ ਵੀ ਜੋ ਟੈਂਪਰੇਚਰ ਹੈ, ਜੋ ਤਾਪਮਾਨ ਹੈ ਉਹ ਨੋਟ ਕਰਨਾ ਹੈ।
ਹੁਣ ਬੀਕਰ ਵਿੱਚ ਇੱਕ ਕੱਚ ਦੀ ਛੜ ਪਾਓ ਅਤੇ ਹਿਲਾਉਂਦੇ ਹੋਏ ਗਰਮ ਕਰੋ ਜਦੋਂ ਤੱਕ ਪਾਣੀ ਉਬਲਣ ਨਾ ਲੱਗੇ। परिवर्तन ਵਿੱਚ ਪ੍ਰੇਖਣ ਨੂੰ ਨੋਟ ਕਰੋ। ਸੋ ਹੁਣ ਅਗਲਾ ਸਟੈਪ ਕੀ ਹੈ, ਇਸ ਨੂੰ ਹੋਰ ਗਰਮ ਕਰਨਾ ਹੈ ਜਦ ਤੱਕ ਕਿ ਪਾਣੀ ਜੋ ਕਿ ਬਰਫ਼ ਤੋਂ ਬਣਿਆ ਸੀ ਉਹ ਉਬਲਣ ਨਾ ਲੱਗੇ। ਇਸ ਦੇ ਪ੍ਰੇਖਣ ਵੀ ਤੁਸੀਂ ਨੋਟ ਕਰਨੇ ਹਨ। ਥਰਮਾਮੀਟਰ ਦੇ ਮਾਪ ਤੇ ਪੂਰੀ ਤਰ੍ਹਾਂ ਨਜ਼ਰ ਰੱਖੋ ਜਦ ਤੱਕ ਕਿ ਕਾਫੀ ਜਲ ਵਾਸ਼ਪ ਵਾਟਰ ਵੇਪਰਸ ਨਾ ਬਣ ਜਾਣ। ਠੋਸ ਦੇ ਤਾਪਮਾਨ ਨੂੰ ਵਧਾਉਣ ਤੇ ਉਸਦੇ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ। ਜਦੋਂ ਅਸੀਂ ਕਿਸੇ ਠੋਸ ਤੇ ਤਾਪਮਾਨ ਜ਼ਿਆਦਾ ਲਗਾਉਂਦੇ ਹਾਂ ਤਾਂ ਉਸ ਵਿੱਚ ਕਾਈਨੈਟਿਕ એનર્ਜੀ, ਜਿਸ ਨੂੰ ਕਿ ਪੰਜਾਬੀ ਵਿੱਚ ਕੀ ਕਹਿੰਦੇ ਆ, ਗਤਿਜ ਊਰਜਾ ਵੱਧ ਜਾਂਦੀ ਹੈ। ਗਤਿਜ ਊਰਜਾ ਵਧਣ ਨਾਲ ਕਣ ਵਧੇਰੇ ਤੇਜ਼ੀ ਨਾਲ ਕੰਬਣ ਲੱਗ ਪੈਂਦੇ ਹਨ। ਅਸੀਂ ਪਹਿਲਾਂ ਦੇਖਿਆ ਹੈ ਕਿ ਜੋ ਪਿਛਲੀ ਡਾਇਗਰਾਮ ਸਨ ਜਿਸ ਵਿੱਚ ਕਿ ਕਣਾਂ ਦੀ ਕੰਬਣ, ਕਣਾਂ ਦੀ ਮੂਵਮੈਂਟ ਦਿਖ ਰਹੀ ਸੀ, ਉਸ ਵਿੱਚ ਅਸੀਂ ਕੀ ਦੇਖਿਆ ਸੀ ਕਿ ਠੋਸ ਵਿੱਚ ਘੱਟ ਕੰਪਨ ਹੈ, ਲਿਕੁਇਡ ਵਿੱਚ ਜ਼ਿਆਦਾ ਹੈ ਅਤੇ ਜੋ ਗੈਸਿਸ ਹਨ ਉਸ ਵਿੱਚ ਸਭ ਤੋਂ ਜ਼ਿਆਦਾ ਹੈ। ਜਦੋਂ ਇਹ ਅਵਸਥਾ ਜੋ ਕਿਸੇ ਸਟੇਟ ਮੈਟਰ ਦੀ ਸਟੇਟ ਬਦਲਦੀ ਹੈ ਤਾਂ ਤੁਸੀਂ ਦੇਖੋਗੇ ਕਿ ਇਹ ਕੰਪਨ ਜੋ ਹੈ ਉਹ ਵੱਧ ਜਾਂਦੀ ਹੈ। ਗਤਿਜ ਊਰਜਾ ਵਧਣ ਨਾਲ ਕਣ ਵਧੇਰੇ ਤੇਜ਼ੀ ਨਾਲ ਕੰਬਣ ਲੱਗ ਪੈਂਦੇ ਹਨ। ਗਰਮੀ ਦੇ ਕਾਰਨ ਦਿੱਤੀ ਹੋਈ ਊਰਜਾ ਕਣਾਂ ਦੇ ਵਿੱਚ ਆਕਰਸ਼ਣ ਬਲ ਨੂੰ ਪਾਰ ਕਰ ਲੈਂਦੀ ਹੈ। ਸੋ ਜੋ ਗਰਮੀ ਹੈ, ਜੋ ਟੈਂਪਰੇਚਰ ਹੈ, ਜੋ ਤਾਪਮਾਨ ਹੈ, ਉਹ ਕਣਾਂ ਦੀ ਗਤਿਜ ਊਰਜਾ ਨੂੰ ਵਧਾ ਦਿੰਦਾ ਹੈ। ਤੇ ਇੱਕ ਸਮਾਂ ਐਸਾ ਆਉਂਦਾ ਹੈ, ਸਾਨੂੰ ਪਹਿਲਾਂ ਇਹ ਵੀ ਪਤਾ ਹੈ ਕਿ ਕਣਾਂ ਵਿੱਚ ਆਕਰਸ਼ਣ ਬਲ ਹੁੰਦਾ ਹੈ। ਸੋ ਤਾਪਮਾਨ ਦੇਣ ਨਾਲ ਜੋ ਗਤਿਜ ਊਰਜਾ ਵੱਧਦੀ ਹੈ ਤਾਂ ਇੱਕ ਸਮਾਂ ਐਸਾ ਆਉਂਦਾ ਹੈ ਜੋ ਗਤਿਜ ਊਰਜਾ ਹੈ ਉਹ ਫੋਰਸ ਆਫ ਅਟਰੈਕਸ਼ਨ, ਜੋ ਆਕਰਸ਼ਣ ਬਲ ਨੂੰ ਪਾਰ ਕਰ ਲੈਂਦੀ ਹੈ ਅਤੇ ਇਹ ਜੋ ਕਣ ਹਨ ਉਹ ਆਜ਼ਾਦ ਹੋ ਜਾਂਦੇ ਹਨ। ਆਜ਼ਾਦ ਹੋਣ ਨਾਲ ਕੀ ਹੁੰਦਾ ਹੈ, ਇਹਨਾਂ ਦਾ ਜੋ ਸਟੇਟ ਹੈ, ਮੈਟਰ ਦੀ ਜੋ ਸਟੇਟ ਹੈ ਉਹ ਬਦਲ ਜਾਂਦੀ ਹੈ। ਇਸ ਕਾਰਨ ਕਣ ਆਪਣੇ ਨਿਯਤ ਸਥਾਨ ਨੂੰ ਛੱਡ ਕੇ ਵਧੇਰੇ ਸੁਤੰਤਰ ਆਜ਼ਾਦ ਹੋ ਕੇ ਗਤੀ ਕਰਨ ਲੱਗ ਪੈਂਦੇ ਹਨ। ਇੱਕ ਅਵਸਥਾ ਅਜਿਹੀ ਆਉਂਦੀ ਹੈ ਜਦੋਂ ਠੋਸ ਪਿਘਲ ਕੇ ਦ੍ਰਵ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਜਿਸ ਤਾਪਮਾਨ ਤੇ ਇਹ ਕਿਰਿਆ ਹੁੰਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ, ਮੈਲਟਿੰਗ ਪੁਆਇੰਟ। ਜਿਸ ਤਾਪਮਾਨ ਤੇ ਠੋਸ ਪਿਘਲ ਕੇ ਦ੍ਰਵ ਬਣ ਜਾਂਦਾ ਹੈ ਉਹ ਉਸ ਦਾ ਪਿਘਲਣ ਅੰਕ ਜਾਂ ਫਿਰ ਮੈਲਟਿੰਗ ਪੁਆਇੰਟ ਹੁੰਦਾ ਹੈ। ਕਿਸੇ ਠੋਸ ਦਾ ਪਿਘਲਣ ਅੰਕ ਉਸਦੇ ਕਣਾਂ ਵਿਚਲੇ ਆਕਰਸ਼ਣ ਬਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਸੋ ਜਿਵੇਂ ਕਿ ਸਾਨੂੰ ਪਤਾ ਹੈ ਕਿ ਤਾਪਮਾਨ ਵਧਾਉਣ ਨਾਲ ਕੀ ਹੁੰਦਾ ਹੈ, ਜੋ ਕਣਾਂ ਵਿੱਚ ਗਤਿਜ ਊਰਜਾ ਵੱਧ ਜਾਂਦੀ ਹੈ ਅਤੇ ਉਹ ਆਕਰਸ਼ਣ ਬਲ ਨੂੰ ਪਾਰ ਕਰ ਲੈਂਦੀ ਹੈ। ਸੋ ਇਹ ਪੁਆਇੰਟ ਕੀ ਹੁੰਦਾ ਹੈ, ਇਹ ਕੀ ਹੁੰਦਾ ਹੈ, ਪਿਘਲਣ ਅੰਕ, ਮੈਲਟਿੰਗ ਪੁਆਇੰਟ। ਤਾਂ ਇਸ ਤੋਂ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਠੋਸ ਨੂੰ ਮੈਲਟ ਕਰਨ ਵਾਸਤੇ, ਪਿਘਲਾਉਣ ਵਾਸਤੇ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ ਉਸ ਵਿੱਚ ਉਸਦੇ ਕਣਾਂ ਵਿੱਚ ਜੋ ਆਕਰਸ਼ਣ ਬਲ ਹੈ ਉਹ ਜ਼ਿਆਦਾ ਹੁੰਦਾ ਹੈ। ਬੱਚਿਓ, ਨੀਚੇ ਤੁਸੀਂ ਦੇਖ ਰਹੇ ਹੋ ਇੱਕ ਵਿਸ਼ੇਸ਼ ਇਨਫੋਰਮੇਸ਼ਨ, ਇੱਕ ਸਪੈਸ਼ਲ ਇਨਫੋਰਮੇਸ਼ਨ। ਬਰਫ਼ ਦਾ ਪਿਘਲਣ ਦਰਜਾ 273.16 ਕੇ ਤੋਂ ਭਾਵ ਹੈ ਕੈਲਵਿਨ ਹੈ। ਪਿਘਲਣ ਦੀ ਪ੍ਰਕਿਰਿਆ ਭਾਵ ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਨੂੰ ਪਿਘਲਣ ਜਾਂ ਫਿਰ ਮੈਲਟਿੰਗ ਕਿਹਾ ਜਾਂਦਾ ਹੈ। ਕਿਸੇ ਠੋਸ ਦੇ ਪਿਘਲਣ ਦੀ ਪ੍ਰਕਿਰਿਆ ਸਮੇਂ ਤਾਪਮਾਨ ਸਮਾਨ ਰਹਿੰਦਾ ਹੈ। ਅਜਿਹੇ ਵਿੱਚ ਤਾਪ ਊਰਜਾ ਕਿੱਥੇ ਜਾਂਦੀ ਹੈ? ਸੋ ਜਦੋਂ ਕੋਈ ਪਦਾਰਥ ਪਿਘਲਦਾ ਹੈ ਤਾਂ ਉਸ ਸਮੇਂ ਉਸ ਦੌਰਾਨ ਕੀ ਹੁੰਦਾ ਹੈ, ਜੋ ਉਸਦਾ ਤਾਪਮਾਨ ਹੈ ਉਹ ਸੇਮ ਰਹਿੰਦਾ ਹੈ। ਇਹ ਤੁਸੀਂ ਜਦੋਂ ਪਿਛਲੇ ਐਕਸਪੈਰੀਮੈਂਟ ਵਿੱਚ ਪ੍ਰੀਖਣ ਕੀਤੇ ਹੋਣਗੇ ਤਾਂ ਤੁਸੀਂ ਨੋਟ ਕੀਤਾ ਹੋਵੇਗਾ। ਪਰ ਇਹ ਹੁੰਦਾ ਕਿਉਂ ਹੈ? ਕਿਉਂਕਿ ਅਸੀਂ ਤਾਂ ਨੀਚੋਂ ਬਰਨਰ ਵਿੱਚੋਂ ਉਸ ਨੂੰ ਤਾਪਮਾਨ ਲਗਾਤਾਰ ਦੇ ਰਹੇ ਸੀ, ਫਿਰ ਵੀ ਜਦੋਂ ਬਰਫ਼ ਪਿਘਲ ਰਹੀ ਸੀ ਤਾਂ ਉਸਦਾ ਤਾਪਮਾਨ ਇਕਸਾਰ ਕਿਵੇਂ ਰਿਹਾ? ਸੋ ਜਿਹੜਾ ਕਿ ਟੈਂਪਰੇਚਰ ਬਰਨਰ ਦੇ ਰਿਹਾ ਸੀ ਉਹ ਜਾ ਕਿੱਥੇ ਰਿਹਾ ਸੀ? ਇਹਦੇ ਬਾਰੇ ਅਸੀਂ ਲੈਸਨ ਦੇ ਅਗਲੇ ਭਾਗ ਵਿੱਚ ਜਾਣਾਂਗੇ। ਪਿਘਲਣ ਦੇ ਪ੍ਰਯੋਗ ਦੀ ਪ੍ਰਕਿਰਿਆ ਦੌਰਾਨ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਪਿਘਲਣ ਦਰਜਾ ਪਹੁੰਚਣ ਤੋਂ ਬਾਅਦ ਜਦ ਤੱਕ ਪੂਰੀ ਬਰਫ਼ ਪਿਘਲ ਨਹੀਂ ਜਾਂਦੀ ਤਾਪਮਾਨ ਨਹੀਂ ਬਦਲਦਾ। ਬੀਕਰ ਨੂੰ ਤਾਪ ਪ੍ਰਦਾਨ ਕਰਨ ਦੇ ਬਾਵਜੂਦ ਵੀ ਤਾਪਮਾਨ ਸਥਿਰ ਰਹਿੰਦਾ ਹੈ। ਕਣਾਂ ਦੇ ਆਪਸੀ ਆਕਰਸ਼ਣ ਬਲ ਨੂੰ ਕਾਬੂ ਕਰਕੇ ਪਦਾਰਥ ਦੀ ਅਵਸਥਾ ਨੂੰ ਬਦਲਣ ਵਿੱਚ ਇਸ ਤਾਪ ਦਾ ਪ੍ਰਯੋਗ ਹੁੰਦਾ ਹੈ। ਕਿਉਂਕਿ ਤਾਪਮਾਨ ਵਿੱਚ ਬਿਨਾਂ ਕਿਸੇ ਤਰ੍ਹਾਂ ਦਾ ਵਾਧਾ ਦਰਸਾਏ ਇਹ ਤਾਪ ਊਰਜਾ, ਹੀਟ ਐਨਰਜੀ ਨੂੰ ਬਰਫ਼ ਸੋਖ ਲੈਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਬੀਕਰ ਵਿੱਚ ਲਈ ਗਈ ਸਮੱਗਰੀ ਵਿੱਚ ਛੁਪੀ ਰਹਿੰਦੀ ਹੈ, ਜਿਸ ਨੂੰ ਗੁਪਤ ਤਾਪ ਜਾਂ ਫਿਰ ਇੰਗਲਿਸ਼ ਵਿੱਚ ਲੇਟੈਂਟ ਹੀਟ ਕਹਿੰਦੇ ਹਨ। ਇੱਥੇ ਗੁਪਤ ਦਾ ਭਾਵ ਛੁਪੀ ਹੋਈ ਤੋਂ ਹੈ। ਵਾਯੂਮੰਡਲੀ ਦਬਾਅ, ਐਟਮੋਸਫੇਰਿਕ ਪ੍ਰੈਸ਼ਰ। ਵਾਯੂਮੰਡਲੀ ਦਬਾਅ ਨੂੰ ਕੀ ਕਿਹਾ ਜਾਂਦਾ ਹੈ? ਐਟਮੋਸਫੇਰਿਕ ਪ੍ਰੈਸ਼ਰ। ਤੇ 1 ਕਿਲੋ ਠੋਸ ਨੂੰ ਉਸਦੇ ਪਿਘਲਣ ਦਰਜੇ ਤੇ ਦ੍ਰਵ ਵਿੱਚ ਬਦਲਣ ਲਈ ਜਿੰਨੀ ਤਾਪ ਊਰਜਾ ਦੀ ਲੋੜ ਹੁੰਦੀ ਹੈ ਉਸ ਨੂੰ ਪਿਘਲਣ ਦਾ ਗੁਪਤ ਤਾਪ ਕਹਿੰਦੇ ਹਨ। ਭਾਵ 0 ਡਿਗਰੀ ਜਾਂ ਫਿਰ 273 ਕੈਲਵਿਨ ਤੇ ਪਾਣੀ ਦੇ ਕਣਾਂ ਦੀ ਊਰਜਾ ਉਸੇ ਤਾਪਮਾਨ ਦੇ ਬਰਫ਼ ਦੇ ਕਣਾਂ ਦੀ ਊਰਜਾ ਤੋਂ ਵੱਧ ਹੁੰਦੀ ਹੈ। ਤਾਂ ਇਸ ਤੋਂ ਬੱਚਿਓ ਸਿੱਧ ਕੀ ਹੁੰਦਾ ਹੈ ਕਿ ਬਰਫ਼ ਜਦੋਂ ਪਿਘਲ ਰਹੀ ਹੁੰਦੀ ਹੈ ਤਾਂ ਉਸਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਪਰੰਤੂ ਉਹ ਲਗਾਤਾਰ ਵਾਤਾਵਰਣ ਵਿੱਚੋਂ ਜਾਂ ਕਿਸੇ ਹੋਰ ਸੋਰਸ ਵਿੱਚੋਂ ਤਾਪਮਾਨ ਊਰਜਾ ਲੈ ਰਹੀ ਹੁੰਦੀ ਹੈ। ਉਹ ਊਰਜਾ ਜਾਂਦੀ ਕਿੱਥੇ ਹੈ? ਉਹ ਜਾਂਦੀ ਹੈ ਪਾਣੀ ਦੇ ਕਣਾਂ ਵਿੱਚ। ਇਹੀ ਕਾਰਨ ਹੈ ਕਿ ਪਾਣੀ ਦੇ ਕਣਾਂ ਦੀ ਊਰਜਾ ਉਸੇ ਤਾਪਮਾਨ ਤੇ ਬਰਫ਼ ਦੇ ਕਣਾਂ ਦੀ ਊਰਜਾ ਤੋਂ ਵੱਧ ਹੁੰਦੀ ਹੈ।
ਸੋ ਆਓ ਬੱਚਿਓ ਇਸ ਦੇ ਨਾਲ ਹੀ ਅੱਗੇ ਵਧਦੇ ਹਾਂ ਲੈਸਨ ਵਿੱਚ। ਤਾਪਮਾਨ ਦੀ ਅੰਤਰਰਾਸ਼ਟਰੀ ਇਕਾਈ SI ਕੈਲਵਿਨ ਜਾਂ ਫਿਰ ਸ਼ਾਰਟ ਫਾਰਮ ਵਿੱਚ ਇਸ ਨੂੰ ਲਿਖਿਆ ਕਿਵੇਂ ਜਾਂਦਾ ਹੈ K ਹੈ। 0 ਡਿਗਰੀ ਸੈਲਸੀਅਸ ਜੋ ਕਿਹਦੇ ਬਰਾਬਰ ਹੁੰਦੀ ਹੈ 273.16 ਕੈਲਵਿਨ। ਸੁਵਿਧਾ ਲਈ ਅਸੀਂ ਦਸ਼ਮਲਵ ਦਾ ਪੂਰਨ ਅੰਕ ਬਣਾ ਕੇ ਇਸ ਨੂੰ ਕੀ ਮੰਨਦੇ ਹਾਂ 273 ਕੈਲਵਿਨ। ਤਾਪਮਾਨ ਦਾ ਮਾਪ ਕੈਲਵਿਨ ਤੋਂ ਸੈਲਸੀਅਸ ਵਿੱਚ ਬਦਲਣ ਲਈ ਦਿੱਤੇ ਹੋਏ ਤਾਪਮਾਨ ਵਿੱਚੋਂ 273 ਘਟਾਉਣਾ ਚਾਹੀਦਾ ਹੈ ਅਤੇ ਸੈਲਸੀਅਸ ਤੋਂ ਕੈਲਵਿਨ ਵਿੱਚ ਬਦਲਣ ਲਈ 273 ਜੋੜ ਦੇਣਾ ਚਾਹੀਦਾ ਹੈ। ਸੋ ਇਹ ਕੈਲਕੂਲੇਸ਼ਨ ਹੈ ਕਿ ਸੈਲਸੀਅਸ ਨੂੰ ਕੈਲਵਿਨ ਵਿੱਚ ਅਤੇ ਕੈਲਵਿਨ ਨੂੰ ਸੈਲਸੀਅਸ ਵਿੱਚ ਕਿਵੇਂ ਕਨਵਰਟ ਕਰਨਾ ਹੈ। ਐਟਮੋਸਫੇਅਰ ਗੈਸੀ ਦਬਾਅ ਦੇ ਮਾਪਣ ਦੀ ਇੱਕ ਇਕਾਈ ਹੈ। ਦਬਾਅ ਦੀ SI ਇਕਾਈ ਪਾਸਕਲ ਸ਼ਾਰਟ ਫਾਰਮ ਵਿੱਚ PA ਹੈ। ATM ਦਾ ਮਤਲਬ ਕੀ ਹੈ ਐਟਮੋਸਫੇਅਰ। ਇਸ ਨੂੰ ਕਿਵੇਂ ਲਿਖਿਆ ਜਾਂਦਾ ਹੈ ATM ਇਜ਼ ਇਕੁਅਲ ਟੂ ਕਿਹਦੇ ਬਰਾਬਰ ਹੈ 1.01 1.01 ਗੁਣਾ 10 ਦੀ ਪਾਵਰ 5 ਪਾਸਕਲਸ। ਵਾਯੂਮੰਡਲ ਵਿੱਚ ਹਵਾ ਦਾ ਦਬਾਅ ਵਾਯੂਮੰਡਲੀ ਦਬਾਅ ਅਖਵਾਉਂਦਾ ਹੈ ਜੋ ਇਸ ਨੂੰ ਕਹਿੰਦੇ ਕਿ ਹਾਂ ਐਟਮੋਸਫੇਰਿਕ ਪ੍ਰੈਸ਼ਰ ਜਾਂ ਫਿਰ ਵਾਯੂਮੰਡਲੀ ਦਬਾਅ। ਸਮੁੰਦਰ ਦੇ ਤਲ ਦਾ ਵਾਯੂਮੰਡਲੀ ਦਬਾਅ 1 ਐਟਮੋਸਫੇਅਰ ਹੁੰਦਾ ਹੈ ਅਤੇ ਇਸ ਨੂੰ ਨਾਰਮਲ ਦਬਾਅ ਕਿਹਾ ਜਾਂਦਾ ਹੈ। ਜੋ 1 ਐਟਮੋਸਫੇਅਰ ਹੈ ਇਹ ਕਿੱਥੋਂ ਦਾ ਦਬਾਅ ਹੈ ਇਹ ਹੈ ਸਮੁੰਦਰ ਤਲ ਦਾ। ਇਸ ਨੂੰ ਸਟੈਂਡਰਡ ATM ਲਿਆ ਗਿਆ ਹੈ। ਇਸ ਨੂੰ ਨਾਰਮਲ ਐਟਮੋਸਫੇਰਿਕ ਪ੍ਰੈਸ਼ਰ ਜਾਂ ਫਿਰ ਨਾਰਮਲ ਵਾਯੂਮੰਡਲੀ ਦਬਾਅ ਕਿਹਾ ਜਾਂਦਾ ਹੈ। ਸੋ ਇਹ ਦੋ ਚੀਜ਼ਾਂ ਹਨ ਤੁਸੀਂ ਬਹੁਤ ਹੀ ਧਿਆਨ ਰੱਖਣੀਆਂ ਹਨ ਕਿਉਂਕਿ ਅੱਗੇ ਚੱਲ ਕੇ ਸਾਇੰਸ ਵਿੱਚ ਤੁਸੀਂ ਇਹਨਾਂ ਦੇ ਛੋਟੇ ਨਾਮ ਛੋਟੇ ਰੂਪ ਹੀ ਦੇਖੋਗੇ K ATM ਸੋ PA। ਸੋ ਤੁਹਾਨੂੰ ਜੇ ਇਹ ਯਾਦ ਹੋਣਗੇ ਤੁਹਾਨੂੰ ਪਤਾ ਹੋਣਗੇ ਤਾਂ ਤੁਹਾਨੂੰ ਉਹ ਸਮਝਣ ਵਿੱਚ ਦਿੱਕਤ ਨਹੀਂ ਆਏਗੀ। C ਦਾ ਮਤਲਬ ਸੈਲਸੀਅਸ, K ਕੈਲਵਿਨ, PA ਪਾਸਕਲ, ATM ਐਟਮੋਸਫੇਅਰ। ਸੋ ਇਹ ਸਾਰੇ ਜੋ ਐਬਰੀਵੇਸ਼ਨਸ ਹਨ ਛੋਟੇ ਨਾਮ ਹਨ ਤੁਸੀਂ ਯਾਦ ਰੱਖਣੇ ਹਨ। ਸੋ ਆਓ ਬੱਚਿਓ ਅੱਗੇ ਵਧਦੇ ਹਾਂ। ਜਦੋਂ ਅਸੀਂ ਪਾਣੀ ਨੂੰ ਤਾਪ ਊਰਜਾ ਦਿੰਦੇ ਹਾਂ ਹੀਟ એનર્ਜੀ ਦਿੰਦੇ ਹਾਂ ਤਾਂ ਕਣ ਵਧੇਰੇ ਤੇਜ਼ੀ ਨਾਲ ਗਤੀ ਕਰਦੇ ਹਨ। ਅਸੀਂ ਇਹ ਪਹਿਲਾਂ ਜਾਣ ਚੁੱਕੇ ਹਾਂ ਪੜ੍ਹ ਚੁੱਕੇ ਹਾਂ। ਇੱਕ ਨਿਸ਼ਚਿਤ ਤਾਪਮਾਨ ਤੇ ਪਹੁੰਚ ਕੇ ਕਣਾਂ ਵਿੱਚ ਇੰਨੀ ਊਰਜਾ ਆ ਜਾਂਦੀ ਹੈ ਕਿ ਉਹ ਆਪਸੀ ਆਕਰਸ਼ਣ ਬਲ ਨੂੰ ਤੋੜ ਕੇ ਸੁਤੰਤਰ ਹੋ ਜਾਂਦੇ ਹਨ। ਇਸ ਤਾਪਮਾਨ ਤੇ ਦਰਵ ਗੈਸ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। ਵਾਯੂਮੰਡਲੀ ਦਬਾਅ ਐਟਮੋਸਫੇਰਿਕ ਪ੍ਰੈਸ਼ਰ ਤੇ ਉਹ ਤਾਪਮਾਨ ਜਿਸ ਤੇ ਦਰਵ ਉਬਲਣ ਲੱਗਦਾ ਹੈ ਉਸ ਨੂੰ ਉਬਾਲ ਦਰਜਾ ਮੈਲਟਿੰਗ ਪੁਆਇੰਟ ਆਖਦੇ ਹਨ। ਸੋ ਬਿਨਾਂ ਕੋਈ ਬਾਹਰੀ ਦਬਾਅ ਲਗਾਏ ਭਾਵ ਕਿ ਵਾਯੂਮੰਡਲੀ ਦਬਾਅ ਤੇ ਜਦੋਂ ਕੋਈ ਦਰਵ ਉਬਲਣ ਲੱਗਦਾ ਹੈ ਉਸ ਟੈਂਪਰੇਚਰ ਨੂੰ ਉਸ ਦਰਵ ਦਾ ਉਬਲਣ ਦਰਜਾ ਜਾਂ ਫਿਰ ਮੈਲਟਿੰਗ ਪੁਆਇੰਟ ਕਿਹਾ ਜਾਂਦਾ ਹੈ। ਉਬਲਣਾ ਸਮਸ਼ਟੀ ਗੁਣ ਹੈ। ਸਮਸ਼ਟੀ ਗੁਣ ਤੋਂ ਕੀ ਭਾਵ ਹੈ ਕਿ ਜਦੋਂ ਕੋਈ ਦਰਵ ਕੋਈ ਲਿਕੁਇਡ ਉਬਲਦਾ ਹੈ ਉਹ ਪੂਰਾ ਦਾ ਪੂਰਾ ਹੀ ਉਬਲਦਾ ਹੈ, ਉਹ ਭਾਗਾਂ ਵਿੱਚ ਨਹੀਂ ਉਬਲਦਾ। ਦਰਵ ਦੇ ਸਾਰੇ ਕਣਾਂ ਨੂੰ ਇੰਨੀ ਊਰਜਾ ਮਿਲ ਜਾਂਦੀ ਹੈ ਕਿ ਉਹ ਵਾਸ਼ਪਾਂ ਵਿੱਚ ਬਦਲ ਜਾਂਦੇ ਹਨ। ਪਾਣੀ ਦੇ ਲਈ ਇਹ ਤਾਪਮਾਨ ਕਿੰਨਾ ਹੈ 273 K। ਇਹ 273 K ਕਿਵੇਂ ਆਇਆ ਸਾਨੂੰ ਪਤਾ ਹੈ ਕਿ ਪਾਣੀ ਦਾ ਜੋ ਉਬਲਣ ਦਰਜਾ ਹੈ ਉਹ 100 ਡਿਗਰੀ ਸੈਲਸੀਅਸ ਹੈ, ਪਰ ਅਸੀਂ ਨਾਲ ਹੀ ਇਹ ਵੀ ਪੜ੍ਹਿਆ ਹੈ ਜੇ ਸੈਲਸੀਅਸ ਨੂੰ ਕੈਲਵਿਨ ਵਿੱਚ ਕਨਵਰਟ ਕਰਨਾ ਹੋਵੇ ਤਾਂ ਉਸ ਵਿੱਚ 273 ਜਮ੍ਹਾਂ ਕਰ ਦੇਈਦੇ ਹੁੰਦੇ ਹਨ। ਸੋ ਇਹੀ ਹੋਇਆ ਹੈ ਇੱਥੇ ਵੀ। ਪਾਣੀ ਦੇ ਲਈ ਇਹ ਤਾਪਮਾਨ ਕਿੰਨਾ ਹੈ 373 ਕੈਲਵਿਨ। 100 ਡਿਗਰੀ ਸੈਲਸੀਅਸ ਇਜ਼ ਇਕੁਅਲ ਟੂ 273 ਜਮ੍ਹਾਂ 100। 100 ਕੀ ਹੈ ਸੈਂਟੀਗ੍ਰੇਡ, ਇਸ ਵਿੱਚ ਜਮ੍ਹਾਂ ਕੀ ਕੀਤਾ 273 ਬਣ ਕੀ ਗਿਆ 373 K ਮਤਲਬ ਕੈਲਵਿਨ। ਕੀ ਤੁਸੀਂ ਵਾਸ਼ਪੀਕਰਨ ਦੇ ਗੁਪਤ ਤਾਪ ਨੂੰ ਪਰਿਭਾਸ਼ਿਤ ਕਰ ਸਕਦੇ ਹੋ? ਇਸ ਨੂੰ ਉਸੇ ਤਰ੍ਹਾਂ ਪਰਿਭਾਸ਼ਿਤ ਕਰੋ ਜਿਵੇਂ ਅਸੀਂ ਪਿਘਲਣ ਦੇ ਗੁਪਤ ਤਾਪ ਨੂੰ ਪਰਿਭਾਸ਼ਿਤ ਕੀਤਾ ਸੀ। ਅਸੀਂ ਦੇਖਿਆ ਸੀ ਕਿ ਪਿਘਲਣ ਵੇਲੇ ਕੀ ਸੀ ਇੱਕ ਤਾਪ ਸੀ ਜੋ ਕਿ ਗੁਪਤ ਸੀ ਜਿਸ ਨੂੰ ਅਸੀਂ ਕੀ ਕਿਹਾ ਸੀ ਇੰਗਲਿਸ਼ ਵਿੱਚ ਲੇਟੈਂਟ ਹੀਟ। ਇਸੇ ਤਰ੍ਹਾਂ ਹੁਣ ਅਸੀਂ ਵਾਸ਼ਪੀਕਰਨ ਇਵੈਪੋਰੇਸ਼ਨ ਦੇ ਲੇਟੈਂਟ ਹੀਟ ਨੂੰ ਵੀ ਪਤਾ ਕਰਨਾ ਹੈ। 273 K ਜਾਂ ਫਿਰ 273 ਕੈਲਵਿਨ ਜਾਂ ਫਿਰ 100 ਡਿਗਰੀ ਸੈਲਸੀਅਸ ਤਾਪਮਾਨ ਤੇ ਕੀ ਹੁੰਦਾ ਹੈ ਵਾਸ਼ਪ ਦੇ ਕਣਾਂ ਵਿੱਚ ਉਸੇ ਤਾਪਮਾਨ ਤੇ ਪਾਣੀ ਦੇ ਕਣਾਂ ਦੀ ਬਜਾਏ ਵਧੇਰੇ ਊਰਜਾ ਹੁੰਦੀ ਹੈ। ਇਹੀ ਕਾਰਨ ਹੈ ਕਿ ਉਹ ਵਧੇਰੇ ਗਤੀਸ਼ੀਲ ਹੁੰਦੇ ਹਨ, ਉਹਨਾਂ ਵਿੱਚ ਵਧੇਰੇ ਕਾਈਨੈਟਿਕ એનર્ਜੀ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਭਾਫ਼ ਦੇ ਕਣਾਂ ਨੇ ਵਾਸ਼ਪੀਕਰਨ ਦੇ ਗੁਪਤ ਤਾਪ ਜਾਂ ਫਿਰ ਇੰਗਲਿਸ਼ ਵਿੱਚ ਲੇਟੈਂਟ ਹੀਟ ਦੇ ਰੂਪ ਵਿੱਚ ਵਾਧੂ ਤਾਪ ਸੋਖ ਲਿਆ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਤਾਪਮਾਨ ਬਦਲ ਕੇ ਅਸੀਂ ਪਦਾਰਥ ਨੂੰ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਬਦਲ ਸਕਦੇ ਹਾਂ। ਹੁਣ ਇਹ ਸਾਰਾ ਪੜ੍ਹਨ ਨਾਲ ਸਾਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਤਾਪਮਾਨ ਲਗਾਉਣ ਤੇ ਕੀ ਹੁੰਦਾ ਹੈ, ਜੋ ਪਦਾਰਥ ਦੀ ਸਟੇਟ ਹੈ, ਜੋ ਪਦਾਰਥ ਦੀ ਅਵਸਥਾ ਹੈ ਉਹ ਬਦਲ ਜਾਂਦੀ ਹੈ। ਅਸੀਂ ਸਿੱਖਿਆ ਕਿ ਗਰਮ ਕਰਨ ਤੇ ਪਦਾਰਥ ਦੀ ਅਵਸਥਾ ਬਦਲ ਜਾਂਦੀ ਹੈ। ਗਰਮ ਹੋਣ ਤੇ ਇਹ ਠੋਸ ਤੋਂ ਦਰਵ ਅਤੇ ਦਰਵ ਤੋਂ ਗੈਸ ਬਣ ਜਾਂਦੇ ਹਨ। ਪਰ ਕੁਝ ਅਜਿਹੇ ਪਦਾਰਥ ਹਨ ਜੋ ਦਰਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਹੀ ਠੋਸ ਤੋਂ ਸਿੱਧਾ ਗੈਸ ਅਵਸਥਾ ਵਿੱਚ ਬਦਲ ਜਾਂਦੇ ਹਨ। ਸੋ ਇਹ ਜੋ ਪਦਾਰਥ ਹਨ ਇਹਨਾਂ ਬਾਰੇ ਅਸੀਂ ਲੈਸਨ ਵਿੱਚ ਅੱਗੇ ਜਾ ਕੇ ਪੜਾਂਗੇ। ਉਸ ਤੋਂ ਪਹਿਲਾਂ
ਅਸੀਂ ਇਹ ਜੋ ਚਿੱਤਰ ਹੈ, ਜੋ ਪਿਕਚਰ ਹੈ, ਇਹਨੂੰ ਡਿਸਕਸ ਕਰਨਾ ਹੈ ਚੇਂजेस ਆਫ ਸਟੇਟ। ਬੱਚਿਓ ਇਹ ਜੋ ਚਿੱਤਰ ਹੈ ਕੀ ਦਰਸਾਉਂਦਾ ਹੈ? ਚੇਂजेस ਆਫ ਸਟੇਟ ਆਫ ਮੈਟਰ, ਕਿ ਪਦਾਰਥ ਦੀ ਅਵਸਥਾ ਕਿਵੇਂ ਕਿਵੇਂ ਬਦਲਦੀ ਹੈ ਤਾਪ ਦੇ ਵਧਣ ਨਾਲ। ਇਹ ਕੀ ਹੈ ਤੁਹਾਡੇ ਸਾਹਮਣੇ? ਸੋਲਿਡ ਜਾਂ ਫਿਰ ਠੋਸ। ਇਸ ਤੇ ਜੇ ਅਸੀਂ ਤਾਪ ਲਗਾਵਾਂਗੇ, ਤਾਪ ਵਿੱਚ ਵਾਧਾ ਕਰਾਂਗੇ ਤਾਂ ਇਹ ਪਾਣੀ ਵਿੱਚ ਬਦਲ ਜਾਏਗਾ ਜੋ ਕਿ ਇੱਕ ਦਰਵ ਹੈ। ਇਸ ਤੇ ਹੋਰ ਤਾਪ ਲਗਾਉਣ ਤੇ ਕੀ ਹੋਏਗਾ? ਇਹ ਸਟੀਮ, ਵਾਟਰ ਵੇਪਰਸ, ਵਾਸ਼ਪਾਂ ਵਿੱਚ ਬਦਲ ਜਾਏਗਾ। ਇਸ ਦੇ ਉਲਟ ਜਦੋਂ ਇਸ ਦਾ ਜੋ ਤਾਪਮਾਨ ਹੈ ਉਹ ਘਟਾਇਆ ਜਾਏਗਾ ਤਾਂ ਵਾਸ਼ਪਾਂ ਕਿਸ ਵਿੱਚ ਬਦਲ ਜਾਣਗੀਆਂ? ਪਾਣੀ ਵਿੱਚ। ਅਤੇ ਪਾਣੀ ਨੂੰ ਹਜੇ ਹੋਰ ਠੰਡਾ ਕੀਤਾ ਜਾਏਗਾ, ਇਸ ਦਾ ਤਾਪਮਾਨ ਹੋਰ ਘਟਾਇਆ ਜਾਏਗਾ ਤਾਂ ਪਾਣੀ ਮੁੜ ਕਿਸ ਵਿੱਚ ਬਦਲ ਜਾਏਗਾ? ਬਰਫ਼ ਵਿੱਚ। ਸੋ ਇਹ ਜੋ ਚਿੱਤਰ ਹੈ ਇਹ ਤੁਹਾਨੂੰ ਸਮਝਣ ਵਿੱਚ ਬਹੁਤ ਹੀ ਮਦਦਗਾਰ ਹੋਵੇਗਾ ਕਿ ਤਾਪ ਦਾ ਜੋ ਹੈ ਉਹ ਪਦਾਰਥ ਦੀ ਸਟੇਟ ਤੇ ਕੀ ਅਸਰ ਪੈਂਦਾ ਹੈ। ਸੋ ਆਓ ਬੱਚਿਓ ਇਸ ਦੇ ਨਾਲ ਹੀ ਅੱਗੇ ਦੇਖਦੇ ਹਾਂ। ਤੁਸੀਂ ਪਿਛਲੇ ਪੇਜ ਤੇ ਪੜ੍ਹਿਆ ਸੀ ਕਿ ਕੁਝ ਐਸੇ ਪਦਾਰਥ ਹਨ ਜੋ ਠੋਸ ਤੋਂ ਸਿੱਧਾ ਹੀ ਗੈਸੀ ਅਵਸਥਾ ਵਿੱਚ ਚਲੇ ਜਾਂਦੇ ਹਨ, ਉਹ ਦਰਵ ਵਿੱਚ ਪਰਿਵਰਤਿਤ ਨਹੀਂ ਹੁੰਦੇ। ਉਹ ਸਮਝਣ ਲਈ ਅਸੀਂ ਕਿਰਿਆ ਕਰਾਂਗੇ, ਕਿਰਿਆ 1.13 1.13। ਥੋੜਾ ਜਿਹਾ ਕਪੂਰ ਜਾਂ ਅਮੋਨੀਅਮ ਕਲੋਰਾਈਡ ਲਓ। ਇਹ ਉਹ ਪਦਾਰਥ ਹਨ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਸੀ ਜੋ ਸਿੱਧਾ ਠੋਸ ਤੋਂ ਵਾਸ਼ਪਾਂ ਵਿੱਚ ਬਦਲ ਜਾਂਦੇ ਹਨ। ਥੋੜਾ ਜਿਹਾ ਕਪੂਰ ਜਾਂ ਅਮੋਨੀਅਮ ਕਲੋਰਾਈਡ ਲਓ ਅਤੇ ਇਸ ਨੂੰ ਪੀਸ ਕੇ ਚੀਨੀ ਦੀ ਪਿਆਲੀ ਭਾਵ ਕਿ ਬੋਨ ਚਾਈਨਾ, ਜੋ ਚਾਈਨਾ ਚੀਨੀ ਦੇ ਭਾਂਡੇ ਹੁੰਦੇ ਹਨ ਉਹਦੇ ਵਿੱਚ, ਉਸ ਦੀ ਡਿਸ਼ ਵਿੱਚ ਪਾ ਲਿਓ। ਇੱਕ ਕੀਪ, ਇੰਗਲਿਸ਼ ਵਿੱਚ ਇਹਨੂੰ ਕੀ ਕਹਾਂਗੇ? ਫਨਲ। ਇਹ ਤੁਸੀਂ ਦੇਖੋਗੇ ਕੀਪ, ਜਿਸ ਨੂੰ ਅਸੀਂ ਆਮ ਕਰਕੇ ਤੇਲ ਵਗੈਰਾ ਪਾਣ ਵਿੱਚ ਵਰਤਦੇ ਹਾਂ, ਉਸ ਨੂੰ ਕੀ ਕਿਹਾ ਜਾਂਦਾ ਹੈ? ਕੀਪ। ਇੱਕ ਕੀਪ ਯਾਨੀ ਕਿ ਫਨਲ ਨੂੰ ਉਲਟਾ ਕਰਕੇ ਇਸ ਪਿਆਲੀ ਦੇ ਉੱਪਰ ਰੱਖ ਦਿਓ। ਇਸ ਕੀਪ ਦੇ ਇੱਕ ਸਿਰੇ ਤੇ ਰੂੰ ਦਾ ਇੱਕ ਟੁਕੜਾ ਰੱਖ ਦਿਓ, ਜਿਵੇਂ ਕਿ ਚਿੱਤਰ 1.7 ਵਿੱਚ ਦਰਸਾਇਆ ਗਿਆ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਰੂੰ ਦਾ ਟੁਕੜਾ ਹੈ ਜੋ ਕਿ ਕੀਪ ਦੇ ਉਲਟੇ ਪਾਸੇ ਉੱਪਰ ਰੱਖਿਆ ਗਿਆ ਹੈ। ਇਹ ਜੋ ਕੀਪ ਹੈ ਉਲਟੀ ਕਰਕੇ ਇੱਕ ਚਾਈਨਾ ਡਿਸ਼, ਬੋਨ ਚਾਈਨਾ ਦੇ ਭਾਂਡੇ ਉੱਪਰ ਇੱਕ ਪਲੇਟ ਉੱਪਰ ਰੱਖੀ ਗਈ ਹੈ ਤੇ ਨੀਚੋਂ ਬਰਨਰ ਰਾਹੀਂ ਇਸ ਨੂੰ ਸੇਕ ਦਿੱਤਾ ਜਾ ਰਿਹਾ ਹੈ। ਇਹ ਪਲੇਟ ਵਿੱਚ ਪਿਆ ਕੀ ਹੈ? ਇਹ ਪਿਆ ਹੈ ਐਮੋਨੀਅਮ ਕਲੋਰਾਈਡ NH4Cl। ਸੋ ਇਹ ਜੋ ਕਿਰਿਆ ਹੈ ਇਸ ਤੋਂ ਹੋਏਗਾ ਕਿ ਜੋ ਐਮੋਨੀਅਮ ਕਲੋਰਾਈਡ ਹੈ ਉਹ ਸਿੱਧਾ ਹੀ ਕਿਸ ਵਿੱਚ ਪਰਿਵਰਤਿਤ ਹੋ ਜਾਏਗਾ? ਗੈਸ ਵਿੱਚ। ਹੁਣ ਕਰਨਾ ਕੀ ਹੈ? ਹੁਣ ਚੀਨੀ ਦੀ ਪਿਆਲੀ ਨੂੰ ਹੌਲੀ ਹੌਲੀ ਗਰਮ ਕਰੋ ਅਤੇ ਧਿਆਨ ਨਾਲ ਵੇਖੋ ਉਪਰੋਕਤ ਕਿਰਿਆ ਤੋਂ ਤੁਹਾਨੂੰ ਕੀ ਸਿੱਟਾ ਨਿਕਲਦਾ ਹੈ। ਸੋ ਤੁਸੀਂ ਦੇਖਣਾ ਹੈ ਇਸ ਤੋਂ ਕੀ ਹੁੰਦਾ ਹੈ। ਇਸ ਨਾਲ ਹੋਏਗਾ ਕਿ ਇਸ ਨੂੰ ਸਬਲੀਮੇਸ਼ਨ ਕਿਹਾ ਜਾਂਦਾ ਹੈ, ਜੌਹਰ ਉਡਾਉਣਾ ਕਿਹਾ ਜਾਂਦਾ ਹੈ। ਕਿਰਿਆ ਤੋਂ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ? ਦਰਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਅਤੇ ਵਾਸ਼ਪ ਠੋਸ ਵਿੱਚ ਬਦਲਣ ਦੀ ਕਿਰਿਆ ਨੂੰ ਜੌਹਰ ਉਡਾਉਣਾ ਜਾਂ ਫਿਰ ਕੀ ਕਿਹਾ ਜਾਂਦਾ ਇੰਗਲਿਸ਼ ਵਿੱਚ? ਸਬਲੀਮੇਸ਼ਨ ਕਹਿੰਦੇ ਹਨ। ਸੋ ਇਹ ਜੋ ਕਿਰਿਆ ਹੈ ਜੋ ਕਿ ਸਬਲੀਮੇਸ਼ਨ ਅਖਵਾਉਂਦੀ ਹੈ ਜਾਂ ਫਿਰ ਪੰਜਾਬੀ ਵਿੱਚ ਜੌਹਰ ਉਡਾਉਣਾ ਅਖਵਾਉਂਦੀ ਹੈ, ਇਸ ਦੀ ਪਰਿਭਾਸ਼ਾ ਕੀ ਹੈ? ਇਹ ਕਿਰਿਆ ਉਹ ਹੈ ਜਿਸ ਵਿੱਚ ਜੋ ਠੋਸ ਹੈ ਉਹ ਸਿੱਧਾ ਹੀ ਗੈਸੀ ਅਵਸਥਾ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਦਬਾਅ ਪਰਿਵਰਤਨ ਦਾ ਪ੍ਰਭਾਵ, ਇਫੈਕਟ ਆਫ ਚੇਂਜ ਆਫ ਪ੍ਰੈਸ਼ਰ। ਲੈਸਨ ਦੇ ਇਸ ਭਾਗ ਵਿੱਚ ਅਸੀਂ ਕੀ ਪੜਾਂਗੇ ਕਿ ਦਬਾਅ ਦੇ ਪਰਿਵਰਤਨ ਦਾ ਸਟੇਟ ਆਫ ਮੈਟਰ ਤੇ ਕੀ ਅਸਰ ਪੈਂਦਾ ਹੈ। ਅਸੀਂ ਜਾਣਦੇ ਹਾਂ ਕਿ ਘਟਕ ਕਣ ਕੀ ਹੁੰਦੇ ਨੇ? ਇੰਗਲਿਸ਼ ਵਿੱਚ ਕੀ ਕਿਹਾ ਜਾਂਦਾ ਹੈ? ਕਨਸਟੀਟਿਊਐਂਟ ਪਾਰਟੀਕਲਸ। ਬੱਚਿਓ ਬਾਰ-ਬਾਰ ਤੁਹਾਨੂੰ ਪੰਜਾਬੀ ਸ਼ਬਦਾਂ ਦੀ ਇੰਗਲਿਸ਼ ਇਸ ਕਰਕੇ ਦੱਸੀ ਜਾਂਦੀ ਹੈ ਕਿਉਂਕਿ ਇਹ ਅੱਗੇ ਚੱਲ ਕੇ ਤੁਹਾਨੂੰ ਬੜੀ ਹੀ ਮਦਦਗਾਰ ਹੋਵੇਗੀ। ਸੋ ਇਸ ਨੂੰ ਤੁਸੀਂ ਛੱਡਣਾ ਨਹੀਂ ਹੈ, ਇਸ ਨੂੰ ਆਪਣੀ ਕਾਪੀ ਤੇ ਨੋਟ ਕਰਨਾ ਹੈ ਅਤੇ ਇਸ ਨੂੰ ਯਾਦ ਕਰ ਲੈਣਾ ਹੈ। ਅਸੀਂ ਜਾਣਦੇ ਹਾਂ ਕਿ ਘਟਕ ਕਣਾਂ ਦੇ ਵਿਚਲੀ ਦੂਰੀ ਵਿੱਚ ਅੰਤਰ ਹੋਣ ਦੇ ਕਾਰਨ ਪਦਾਰਥਾਂ ਦੀਆਂ ਵੱਖ-ਵੱਖ ਅਵਸਥਾਵਾਂ ਵਿੱਚ ਅੰਤਰ ਹੁੰਦਾ ਹੈ। ਅਸੀਂ ਇਹ ਜਾਣ ਚੁੱਕੇ ਹਾਂ ਕਿ ਜੋ ਅਵਸਥਾ ਹੈ ਉਹ ਕਿਉਂ ਹੁੰਦੀ ਹੈ, ਜੋ ਕਿਸੇ ਵੀ ਪਦਾਰਥ ਦੀ ਵੱਖ-ਵੱਖ ਅਵਸਥਾ ਕਿਉਂ ਹੁੰਦੀ ਹੈ, ਉਹ ਉਸਦੇ ਕਣਾਂ ਦੀ ਦੂਰੀ ਕਾਰਨ ਹੁੰਦੀ ਹੈ। ਕਿਸੇ ਸਿਲੰਡਰ ਵਿੱਚ ਭਰੀ ਗੈਸ ਤੇ ਦਬਾਅ ਲਗਾਉਣ ਅਤੇ ਨਪੀੜਨ ਤੇ ਕੀ ਹੋਵੇਗਾ? ਕੀ ਇਸ ਦੇ ਕਣਾਂ ਦੀ ਦੂਰੀ ਘੱਟ ਹੋ ਜਾਵੇਗੀ? ਕੀ ਤੁਹਾਨੂੰ ਲੱਗਦਾ ਹੈ ਕਿ ਦਬਾਅ ਵਧਾਉਣ ਜਾਂ ਘਟਾਉਣ ਨਾਲ ਪਦਾਰਥ ਦੀ ਅਵਸਥਾ ਪਰਿਵਰਤਨ ਹੋ ਸਕਦੀ ਹੈ? ਹੁਣ ਅਸੀਂ ਇਸ ਐਕਸਪੈਰੀਮੈਂਟ ਰਾਹੀਂ ਇਹ ਕਰਕੇ ਦੇਖਾਂਗੇ ਕਿ ਜੇ ਇਹ ਦੂਰੀ ਘਟਾ ਦਿੱਤੀ ਜਾਵੇ ਕੀ ਪਦਾਰਥ ਦੀ ਅਵਸਥਾ ਉਹ ਬਦਲ ਜਾਂਦੀ ਹੈ। ਸੋ ਆਓ ਦੇਖੀਏ ਚਿੱਤਰ 1.8 ਦਬਾਅ ਵਧਣ ਤੇ ਪਦਾਰਥ ਦੇ ਕਣਾਂ ਨੂੰ ਨੇੜੇ ਲਿਆਇਆ ਜਾ ਸਕਦਾ ਹੈ। ਇਸ ਵਿੱਚ ਲਿੱਤਾ ਕੀ ਗਿਆ ਹੈ? ਇੱਕ ਸਿਲੰਡਰ ਲਿੱਤਾ ਗਿਆ ਹੈ ਜਿਸ ਵਿੱਚ ਕੀ ਇੱਕ ਪਿਸਟਨ ਫਿੱਟ ਕੀਤਾ ਗਿਆ ਹੈ। ਇਸ ਵਿੱਚ ਇੱਕ ਪਦਾਰਥ ਲਿਆ ਗਿਆ ਹੈ। ਕਣਾਂ ਦੀ ਦੂਰੀ ਤੋਂ ਤੁਸੀਂ ਜਾਣ ਸਕਦੇ ਹੋ, ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਦਾਰਥ ਕੀ ਹੈ? ਕੋਈ ਗੈਸੀ ਪਦਾਰਥ ਹੈ। ਇਸ ਨੂੰ ਜਦੋਂ ਅਸੀਂ ਇਸ ਦਾ ਜੋ ਪਿਸਟਨ ਹੈ ਇਸ ਨੂੰ ਅੱਗੇ ਧੱਕਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਦੇ ਜੋ ਕਣ ਹਨ ਇਹ ਨੇੜੇ-ਨੇੜੇ ਹੋ ਗਏ ਹਨ। ਅਤੇ ਤੀਜੀ ਅਵਸਥਾ ਵਿੱਚ ਤੀਜਾ ਭਾਗ ਹੈ ਇਸ ਚਿੱਤਰ ਦਾ, ਉਸ ਵਿੱਚ ਕੀ ਹੈ? ਤੁਸੀਂ ਦੇਖ ਸਕਦੇ ਹੋ ਕਿ ਜੋ ਕਣ ਹਨ ਹੋਰ ਵੀ ਨੇੜੇ ਹੋ ਗਏ ਹਨ। ਤਾਂ ਇਸ ਤੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਜੋ ਇਹ ਗੈਸੀ ਪਦਾਰਥ ਸੀ ਇਸ ਅਵਸਥਾ ਵਿੱਚ ਇਹ ਲਿਕੁਇਡ ਬਣ ਗਿਆ ਹੋਵੇਗਾ ਅਤੇ ਇਸ ਵਿੱਚ ਜਾ ਕੇ ਇਹ ਸੋਲਿਡ ਸਟੇਟ ਵਿੱਚ ਚਲਾ ਗਿਆ ਹੋਵੇਗਾ, ਠੋਸ ਅਵਸਥਾ ਵਿੱਚ ਪਰਿਵਰਤਿਤ ਹੋ ਗਿਆ ਹੋਵੇਗਾ। ਸੋ ਬੱਚਿਓ ਅੱਗੇ ਦੇਖਦੇ ਹਾਂ।
ਦਬਾਅ ਦੇ ਵਧਣ ਅਤੇ ਤਾਪਮਾਨ ਦੇ ਘਟਣ ਨਾਲ ਗੈਸ ਦਰਵ ਵਿੱਚ ਬਦਲ ਜਾਂਦੀ ਹੈ। ਕੀ ਤੁਸੀਂ ਠੋਸ ਕਾਰਬਨ ਡਾਈਆਕਸਾਈਡ CO2 ਬਾਰੇ ਸੁਣਿਆ ਹੈ? ਇਸ ਨੂੰ ਉੱਚੇ ਦਬਾਅ ਤੇ ਸਟੋਰ ਕੀਤਾ ਜਾਂਦਾ ਹੈ। ਜਦੋਂ ਵਾਯੂਮੰਡਲੀ ਦਬਾਅ ਦਾ ਮਾਪ 1 ਐਟਮੋਸਫੇਅਰ ਹੋਵੇ ਤਾਂ ਠੋਸ ਕਾਰਬਨ ਡਾਈਆਕਸਾਈਡ द्रव अवस्था विच आए बिना ही सीधे गैस विच परिवर्तित हो जाती है। सो जो कार्बन डाइऑक्साइड सॉलिड कार्बन डाइऑक्साइड या फिर ड्राई गैस होंदी है, वो हुंदा की है कि कार्बन डाइऑक्साइड गैस नूं बहुत ही उच्च दबाव ते कंप्रेस करके सॉलिड विच कन्वर्ट कर दिता जाता है। अते जदों ही इस ड्राई आइस कार्बन डाइऑक्साइड दा जो दबाव है वो 1 एटमोसफेयर हो जाता है ਤਾਂ ਇਹ ਠੋਸ ਕਾਰਬਨ ਡਾਈਆਕਸਾਈਡ ਸਿੱਧਾ ਹੀ ਬਿਨਾ द्रव ਵਿੱਚ ਪਰਿਵਰਤਿਤ ਹੋਏ ਦੁਬਾਰਾ ਗੈਸ ਵਿੱਚ, ਜੋ ਕਿ ਇਸ ਦਾ ਮੂਲ ਸਟੇਟ ਹੈ, ਜੋ ਕਿ ਇਸ ਦੀ ਮੂਲ ਅਵਸਥਾ ਹੈ, ਗੈਸ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਠੋਸ ਕਾਰਬਨ ਡਾਈਆਕਸਾਈਡ ਨੂੰ ਖੁਸ਼ਕ ਬਰਫ਼ ਜਾਂ ਫਿਰ ਡਰਾਈ ਆਈਸ ਕਿਹਾ ਜਾਂਦਾ ਹੈ। ਖੁਸ਼ਕ ਕਿਉਂ ਕਿਹਾ ਜਾਂਦਾ ਹੈ ਬੱਚਿਓ? ਕਿਉਂਕਿ ਇਹ ਤਰਲ ਵਿੱਚ ਭਾਵ ਕਿ ਲਿਕੁਇਡ ਵਿੱਚ ਪਰਿਵਰਤਿਤ ਹੋਏ ਬਿਨਾ ਹੀ ਸਿੱਧਾ ਗੈਸ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪਦਾਰਥ ਦੀਆਂ ਅਵਸਥਾਵਾਂ ਭਾਵ ਠੋਸ, द्रव ਅਤੇ ਗੈਸ ਦਬਾਅ ਅਤੇ ਤਾਪਮਾਨ ਰਾਹੀਂ ਤੈਅ ਹੁੰਦੀਆਂ ਹਨ। ਸੋ ਬੱਚਿਓ, ਹੁਣ ਅਸੀਂ ਜਾਣ ਚੁੱਕੇ ਹਾਂ ਕਿ ਕਿਸੇ ਵੀ ਮੈਟਰ ਦੀ ਅਵਸਥਾ ਨੂੰ ਤੈਅ ਕਰਨ ਵਿੱਚ ਕਿਹੜੇ 2 ਫੈਕਟਰਸ ਸਹਾਈ ਹੁੰਦੇ ਹਨ। ਨੰਬਰ 1 ਤਾਪਮਾਨ ਅਤੇ ਦੂਜਾ ਦਬਾਅ। ਨੰਬਰ 1 ਟੈਂਪਰੇਚਰ ਐਂਡ ਸੈਕੰਡ ਇਜ਼ ਪ੍ਰੈਸ਼ਰ। ਸੋ ਬੱਚਿਓ ਅੱਗੇ ਵਧਦੇ ਹਾਂ। ਸੋ ਇਸ ਦੇ ਨਾਲ ਹੀ 2 ਚਿੱਤਰ ਤੁਹਾਨੂੰ ਦਿੱਤੇ ਗਏ ਨੇ 2 ਭਾਸ਼ਾਵਾਂ ਵਿੱਚ, ਇੰਗਲਿਸ਼ ਵਿੱਚ ਅਤੇ ਨਾਲ ਹੀ ਪੰਜਾਬੀ ਵਿੱਚ। ਅਸੀਂ ਪੰਜਾਬੀ ਵਾਲੇ ਚਿੱਤਰ ਨੂੰ ਡਿਸਕਸ ਕਰਾਂਗੇ। ਇੰਗਲਿਸ਼ ਵਾਲਾ ਤੁਸੀਂ ਆਪ ਆਪਣੇ ਪੱਧਰ ਤੇ ਪੜ੍ਹਨਾ ਹੈ ਅਤੇ ਇਸ ਦੇ ਜੋ ਅਕਸ਼ਰ ਹਨ, ਜੋ ਇਸ ਦੇ ਵਰਡਸ ਇਸ ਵਿੱਚ ਵਰਤੇ ਗਏ ਹਨ, ਉਹਨਾਂ ਦੀ ਇੰਗਲਿਸ਼ ਤੁਸੀਂ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਇਹ ਠੋਸ ਯਾਨੀ ਕਿ ਸੋਲਿਡ ਪਿਘਲਦਾ ਹੈ ਤਾਂ ਕੀ ਬਣਦਾ ਹੈ? द्रव ਜਦੋਂ ਜੰਮਦਾ ਹੈ ਤਾਂ ਉਸਦਾ ਕੀ ਬਣਦਾ ਹੈ? ਠੋਸ। ਇਸ ਦੇ ਨਾਲ ਹੀ द्रव ਜਦੋਂ ਵਾਸ਼ਪਿਤ ਹੁੰਦਾ ਹੈ, ਵਾਸ਼ਪੀਕਰਨ ਇਸਦਾ ਹੁੰਦਾ ਹੈ ਤਾਂ ਕੀ ਬਣਦਾ ਹੈ? ਵੇਪਰਸ ਜਾਂ ਫਿਰ ਗੈਸ। ਜਦੋਂ ਗੈਸ ਸੰਘਣੀ ਹੁੰਦੀ ਹੈ ਤਾਂ ਉਸਦਾ ਕੀ ਬਣਦਾ ਹੈ? द्रव। ਸੋ ਆਓ ਬੱਚਿਓ ਅੱਗੇ ਦੇਖਦੇ ਹਾਂ ਫਿਗਰ 1.9 ਚਿੱਤਰ 1.9 ਤਿੰਨਾਂ ਅਵਸਥਾ ਵਿੱਚ ਪਦਾਰਥ ਦਾ ਅੰਤਰ ਰੂਪਾਂਤਰਣ, ਭਾਵ ਕਿ ਜੋ ਪਦਾਰਥ ਹੈ ਉਹ ਤਿੰਨੋਂ ਅਵਸਥਾ ਵਿੱਚ ਕਿਵੇਂ ਬਦਲਦਾ ਹੈ। ਇਸ ਦਾ ਜੋ ਪੰਜਾਬੀ ਰੂਪ ਤੇ ਇੰਗਲਿਸ਼ ਰੂਪ ਤੁਹਾਨੂੰ ਦੋਨੋਂ ਦਿੱਤੇ ਗਏ ਹਨ। ਇਸ ਨੂੰ ਤੁਸੀਂ ਦੋਹਾਂ ਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਲੈਣਾ ਹੈ, ਬਹੁਤ ਹੀ ਧਿਆਨ ਨਾਲ ਸਮਝਣਾ ਹੈ। ਅਸੀਂ ਇੱਥੇ ਪੰਜਾਬੀ ਵਾਲਾ ਜੋ ਭਾਗ ਹੈ ਇਹ ਡਿਸਕਸ ਕਰਾਂਗੇ ਤੇ ਅੰਗਰੇਜ਼ੀ ਵਾਲਾ ਤੁਸੀਂ ਖੁਦ ਆਪਣੇ ਪੱਧਰ ਤੇ ਪੜ੍ਹਨਾ ਹੈ। ਸੋ ਤੁਸੀਂ ਦੇਖੋ, ਠੋਸ ਜਦੋਂ ਪਿਘਲਦਾ ਹੈ, ਪਿਘਲਦਾ ਕਦੋਂ ਹੈ? ਜਦੋਂ ਇਸ ਨੂੰ ਤਾਪਮਾਨ ਦਿੱਤਾ ਜਾਂਦਾ ਹੈ। ਠੋਸ ਜਦੋਂ ਪਿਘਲਦਾ ਹੈ ਤਾਂ ਕੀ ਬਣਦਾ ਹੈ? द्रव। ਇਸ ਦੇ ਉਲਟ ਜਦੋਂ द्रव ਹੈ ਜੋ ਜੰਮ ਜਾਂਦਾ ਹੈ ਉਹ ਠੋਸ ਬਣ ਜਾਂਦਾ ਹੈ। ਜੋ द्रव ਜਦੋਂ ਵਾਸ਼ਪਿਤ ਹੁੰਦਾ ਹੈ, ਜਦੋਂ ਉਹ ਵਾਸ਼ਪੀਕ੍ਰਿਤ ਹੁੰਦਾ ਹੈ, ਜਦੋਂ ਉਸ ਦਾ ਵਾਸ਼ਪੀਕਰਨ ਹੁੰਦਾ ਹੈ ਤਾਂ ਕੀ ਬਣ ਜਾਂਦਾ ਹੈ? ਗੈਸ। ਇਸ ਦੇ ਉਲਟ ਜਦੋਂ ਇਹ ਸੰਗਣਨ ਹੁੰਦਾ ਹੈ ਇਸ ਦਾ ਤਾਂ ਕੀ ਬਣਦਾ ਹੈ? द्रव। ਇਸ ਨੂੰ ਕੀ ਕਿਹਾ ਜਾਂਦਾ? ਸੰਗਣਨ ਨੂੰ ਇੰਗਲਿਸ਼ ਵਿੱਚ ਕੰਡੈਂਸੇਸ਼ਨ। ਇਸ ਦਾ ਤੀਜਾ ਭਾਗ ਜਦੋਂ ਗੈਸ ਤੇ ਜੌਹਰ ਘਟਾਉਣ ਦੀ ਕਿਰਿਆ ਕੀਤੀ ਜਾਂਦੀ ਹੈ ਤਾਂ ਉਹ ਠੋਸ ਬਣ ਜਾਂਦਾ ਹੈ ਅਤੇ ਨਾਲ ਹੀ ਜਦੋਂ ਠੋਸ ਤੇ ਜੌਹਰ ਘਟਾਉਣ ਦੀ ਕਿਰਿਆ ਕੀਤੀ ਜਾਂਦੀ ਹੈ ਉਹ ਗੈਸ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਬੱਚਿਓ, ਜੌਹਰ ਉਡਾਉਣਾ ਦੋਨੋਂ ਕਿਰਿਆਵਾਂ ਵਾਸਤੇ ਇੱਕੋ ਸ਼ਬਦ ਵਰਤਿਆ ਗਿਆ ਹੈ, ਜੌਹਰ ਉਡਾਉਣਾ। ਪਰੰਤੂ ਅੰਗਰੇਜ਼ੀ ਵਿੱਚ ਐਸਾ ਨਹੀਂ ਹੈ, ਦੋਨਾਂ ਵਾਸਤੇ ਅਲੱਗ-ਅਲੱਗ ਸ਼ਬਦ ਵਰਤੇ ਜਾਂਦੇ ਹਨ। ਜਦੋਂ ਸੋਲਿਡ ਠੋਸ ਗੈਸ ਵਿੱਚ ਪਰਿਵਰਤਿਤ ਹੁੰਦਾ ਹੈ ਉਸ ਨੂੰ ਸਬਲੀਮੇਸ਼ਨ ਕਿਹਾ ਜਾਂਦਾ ਹੈ ਅਤੇ ਜਦੋਂ ਗੈਸ ਸੋਲਿਡ ਵਿੱਚ ਹੁੰਦੀ ਹੈ ਤਾਂ ਉਸ ਨੂੰ ਡਿਪੋਜੀਸ਼ਨ ਕਿਹਾ ਜਾਂਦਾ ਹੈ। ਇਹ ਤੁਸੀਂ ਯਾਦ ਰੱਖਣਾ ਹੈ ਬੱਚਿਓ। ਆਓ ਅੱਗੇ ਵਧਦੇ ਹਾਂ। ਵਾਸ਼ਪੀਕਰਨ ਇੰਗਲਿਸ਼ ਵਿੱਚ ਇਵੈਪੋਰੇਸ਼ਨ। ਪਦਾਰਥ ਦੀ ਅਵਸਥਾ ਬਦਲਣ ਲਈ ਕੀ ਹਮੇਸ਼ਾ ਤਾਪ ਦੇਣ ਜਾਂ ਦਬਾਅ ਬਦਲਣਾ ਜ਼ਰੂਰੀ ਹੈ? ਕੀ ਤੁਸੀਂ ਰੋਜ਼ਾਨਾ ਜੀਵਨ ਵਿੱਚ ਕੋਈ ਅਜਿਹੀ ਉਦਾਹਰਨ ਦੇ ਸਕਦੇ ਹੋ ਜਿਸ ਵਿੱਚ ਬਿਨਾਂ ਉਬਾਲ ਦਰਜੇ ਤੇ ਪਹੁੰਚੇ ਹੀ ਕੋਈ द्रव ਵਾਸ਼ਪ ਅਵਸਥਾ ਵਿੱਚ ਬਦਲ ਜਾਂਦਾ ਹੈ? ਪਾਣੀ ਨੂੰ ਖੁੱਲ੍ਹਾ ਛੱਡਣ ਤੇ ਇਹ ਹੌਲੀ-ਹੌਲੀ ਵਾਸ਼ਪ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਗਿੱਲੇ ਕੱਪੜੇ ਸੁੱਕ ਜਾਂਦੇ ਹਨ। ਇਹਨਾਂ ਦੋਵਾਂ ਉਦਾਹਰਨਾਂ ਵਿੱਚ ਪਾਣੀ ਨੂੰ ਕੀ ਹੋਇਆ? ਸੋ ਜ਼ਰੂਰੀ ਨਹੀਂ ਹੈ ਕਿ ਕੋਈ द्रव ਜੋ ਹੈ ਉਹ ਆਪਣੇ ਉਬਾਲ ਦਰਜੇ ਤੇ ਪਹੁੰਚ ਕੇ ਹੀ ਵਾਸ਼ਪੀਕ੍ਰਿਤ ਹੋਵੇ, ਉਹ ਗੈਸ ਵਿੱਚ ਪਰਿਵਰਤਿਤ ਹੋਵੇ। ਇਸ ਦੀਆਂ ਉਦਾਹਰਨਾਂ ਤੁਹਾਨੂੰ ਇੱਥੇ ਦਿੱਤੀਆਂ ਗਈਆਂ ਹਨ। ਗਿੱਲੇ ਕੱਪੜੇ ਸੁੱਕ ਜਾਂਦੇ ਹਨ ਜਦੋਂ ਕਿ ਉਹ ਬੋਇਲਿੰਗ ਪੁਆਇੰਟ ਤੇ ਤਾਂ ਨਹੀਂ ਪੁੱਜੇ ਹੁੰਦੇ। ਅਸੀਂ ਜਾਣਦੇ ਹਾਂ ਕਿ ਪਦਾਰਥ ਦੇ ਕਣ ਹਮੇਸ਼ਾ ਗਤੀਸ਼ੀਲ ਹੁੰਦੇ ਹਨ ਅਤੇ ਕਦੇ ਰੁਕਦੇ ਨਹੀਂ। ਇੱਕ ਨਿਸ਼ਚਿਤ ਤਾਪਮਾਨ ਤੇ ਗੈਸ, द्रव ਜਾਂ ਗੈਸ ਦੇ ਕਣਾਂ ਵਿੱਚ ਵੱਖ-ਵੱਖ ਮਾਤਰਾ ਵਿੱਚ ਗਤੀਜ ਊਰਜਾ ਹੁੰਦੀ ਹੈ। द्रव ਦੀ ਸਤ੍ਹਾ ਤੇ ਮੌਜੂਦ ਕਣਾਂ ਦੇ ਕੁਝ ਅੰਸ਼ ਵਿੱਚ ਗਤੀਜ ਊਰਜਾ ਹੁੰਦੀ ਹੈ ਕਿ ਉਹ ਦੂਜੇ ਕਣਾਂ ਤੇ ਆਕਰਸ਼ਣ ਬਲ ਜਾਂ ਫਿਰ ਫੋਰਸ ਆਫ ਅਟਰੈਕਸ਼ਨ ਤੋਂ ਮੁਕਤ ਹੋ ਜਾਂਦੇ ਹਨ। ਉਬਾਲ ਦਰਜੇ ਤੋਂ ਘੱਟ ਤਾਪਮਾਨ ਤੇ द्रवाਂ ਤੇ ਵਾਸ਼ਪਾਂ ਵਿੱਚ ਪਰਿਵਰਤਿਤ ਹੋਣ ਦੀ ਇਸ ਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ਜਾਂ ਫਿਰ ਇਵੈਪੋਰੇਸ਼ਨ ਕਹਿੰਦੇ ਹਨ। ਉਦਾਹਰਣ ਵਿੱਚ ਪਾਣੀ ਨੂੰ ਕੀ ਹੋਇਆ? ਅਸੀਂ ਜਾਣਦੇ ਹਾਂ ਕਿ ਪਦਾਰਥ ਦੇ ਕਣ ਹਮੇਸ਼ਾ ਗਤੀਸ਼ੀਲ ਹੁੰਦੇ ਹਨ ਅਤੇ ਕਦੇ ਰੁਕਦੇ ਨਹੀਂ। ਇੱਕ ਨਿਸ਼ਚਿਤ ਤਾਪਮਾਨ ਤੇ ਗੈਸ, द्रव ਜਾਂ ਗੈਸ ਦੇ ਕਣਾਂ ਵਿੱਚ
ਵੱਖ-ਵੱਖ ਮਾਤਰਾ ਵਿੱਚ ਗਤੀਜ ਊਰਜਾ ਹੁੰਦੀ ਹੈ। ਦਰਵ ਦੀ ਸਤ੍ਹਾ ਤੇ ਮੌਜੂਦ ਕਣਾਂ ਦੇ ਕੁਝ ਅੰਸ਼ ਵਿੱਚ ਗਤੀਜ ਊਰਜਾ ਜ਼ਿਆਦਾ ਹੁੰਦੀ ਹੈ ਕਿ ਉਹ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਦੂਜੇ ਕਣਾਂ ਦੇ ਆਕਰਸ਼ਣ ਬਲ ਜਾਂ ਫਿਰ ਇੰਗਲਿਸ਼ ਵਿੱਚ ਫੋਰਸ ਆਫ ਅਟਰੈਕਸ਼ਨ ਤੋਂ ਮੁਕਤ ਹੋ ਜਾਂਦੇ ਹਨ ਅਤੇ ਉਹ ਵਾਸ਼ਪਾਂ ਵਿੱਚ ਬਦਲ ਜਾਂਦੇ ਹਨ। ਉਬਾਲ ਦਰਜੇ ਤੋਂ ਘੱਟ ਤਾਪਮਾਨ ਤੇ ਵੀ ਦਰਵਾਂ ਦੇ ਵਾਸ਼ਪਾਂ ਵਿੱਚ ਪਰਿਵਰਤਿਤ ਹੋਣ ਦੀ ਇਸ ਕਿਰਿਆ ਨੂੰ ਵਾਸ਼ਪੀਕਰਨ ਜਾਂ ਫਿਰ ਇਵੈਪੋਰੇਸ਼ਨ ਕਿਹਾ ਜਾਂਦਾ ਹੈ। ਵਾਸ਼ਪੀਕਰਨ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ-ਕਿਹੜੇ ਫੈਕਟਰਸ ਨੇ ਜੋ ਕਿ ਇਵੈਪੋਰੇਸ਼ਨ ਨੂੰ ਇਫੈਕਟ ਕਰਦੇ ਨੇ, ਉਸ ਨੂੰ ਪ੍ਰਭਾਵਿਤ ਕਰਦੇ ਨੇ। ਇੱਕ ਕਿਰਿਆ ਦੇ ਮਾਧਿਅਮ ਨਾਲ ਅਸੀਂ ਇਹ ਸਮਝਦੇ ਹਾਂ। ਇੱਕ ਪਰਖ ਨਲੀ ਵਿੱਚ 5 ml ਪਾਣੀ ਲਓ ਅਤੇ ਇਸ ਨੂੰ ਖਿੜਕੀ ਦੇ ਕੋਲ ਜਾਂ ਪੱਖੇ ਦੇ ਥੱਲੇ ਰੱਖ ਦਿਓ। ਖੁੱਲੀ ਰੱਖੀ ਚੀਨੀ ਮਿੱਟੀ ਭਾਵ ਕਿ ਬੋਨ ਚਾਈਨਾ ਦੀ ਪਿਆਲੀ ਵਿੱਚ 5 ml ਪਾਣੀ ਪਾ ਕੇ ਉਸ ਨੂੰ ਆਪਣੀ ਜਮਾਤ ਦੇ ਕਿਸੇ ਅਲਮਾਰੀ ਦੇ ਅੰਦਰ ਰੱਖੋ। ਕਮਰੇ ਦਾ ਤਾਪਮਾਨ ਨੋਟ ਕਰੋ। ਇਹਨਾਂ ਸਾਰੀਆਂ ਹਾਲਾਤਾਂ ਵਿੱਚ ਵਾਸ਼ਪੀਕਰਨ ਵਿੱਚ ਲੱਗੇ ਸਮੇਂ ਜਾਂ ਦਿਨਾਂ ਨੂੰ ਵੀ ਨੋਟ ਕਰੋ। ਬਰਸਾਤ ਦੇ ਦਿਨਾਂ ਵਿੱਚ ਵੀ ਇਹਨਾਂ ਕਿਰਿਆਵਾਂ ਨੂੰ ਕਰਕੇ ਆਪਣੇ ਪ੍ਰੇਖਣ ਲਿਖੋ। ਵਾਸ਼ਪੀਕਰਨ ਦੇ ਹੇਠ ਲਿਖੇ ਤੱਥਾਂ ਦੇ ਬਾਰੇ ਤੁਸੀਂ ਕੀ ਅਨੁਮਾਨ ਲਾ ਸਕਦੇ ਹੋ? ਤਾਪਮਾਨ ਦਾ ਪ੍ਰਭਾਵ, ਸਤ੍ਹਾ ਦਾ ਖੇਤਰਫਲ ਅਤੇ ਹਵਾ ਦੀ ਚਾਲ। ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਵਾਸ਼ਪੀਕਰਨ ਦੀ ਦਰ ਹੇਠ ਲਿਖਿਆਂ ਨਾਲ ਵੱਧਦੀ ਹੈ। ਕਿਹਨਾਂ ਨਾਲ ਵੱਧਦੀ ਹੈ? ਸਤ੍ਹਾ ਦਾ ਖੇਤਰਫਲ ਯਾਨੀ ਕਿ ਸਰਫੇਸ ਏਰੀਆ। ਹੁਣ ਅਸੀਂ ਜਾਣਦੇ ਹਾਂ ਕਿ ਵਾਸ਼ਪੀਕਰਨ ਇੱਕ ਸਤਹੀ ਪ੍ਰਕਿਰਿਆ ਹੈ। ਅਸੀਂ ਦੇਖਿਆ ਸੀ ਕਿ ਜੋ ਬੋਇਲਿੰਗ ਸੀ ਉਹ ਕੀ ਸੀ? ਉਹ ਸਮਸ਼ਟੀ ਪ੍ਰਕਿਰਿਆ ਸੀ। ਇਸ ਦੇ ਉਲਟ ਜੋ ਵਾਸ਼ਪੀਕਰਨ ਹੈ ਉਹ ਕੀ ਹੈ? ਉਹ ਸਤਹੀ ਪ੍ਰਕਿਰਿਆ ਹੈ। ਸਮਸ਼ਟੀ ਪ੍ਰਕਿਰਿਆ ਕੀ ਹੁੰਦੀ ਹੈ? ਜੋ ਕਿ ਸਾਰੇ ਦਰਵ ਵਿੱਚ ਘਟਦੀ ਹੈ। ਇਸ ਦੇ ਉਲਟ ਜੋ ਸਤਹੀ ਪ੍ਰਕਿਰਿਆ ਹੈ ਉਹ ਜੋ ਦਰਵ ਦੇ ਸਤਹ ਉੱਪਰ ਹੀ ਘਟਦੀ ਹੈ। ਸਤਹੀ ਖੇਤਰਫਲ ਜਾਂ ਫਿਰ ਸਰਫੇਸ ਏਰੀਆ ਵਧਣ ਤੇ ਵਾਸ਼ਪੀਕਰਨ ਦੀ ਦਰ ਵੀ ਵੱਧ ਜਾਂਦੀ ਹੈ। ਜਿਵੇਂ ਕਿ ਕੱਪੜੇ ਸੁਕਾਉਣ ਲਈ ਅਸੀਂ ਉਹਨਾਂ ਨੂੰ ਖਿਲਾਰ ਦਿੰਦੇ ਹਾਂ। ਖਿਲਾਰਨ ਨਾਲ ਕੀ ਹੁੰਦਾ ਹੈ? ਉਹਨਾਂ ਦਾ ਸਰਫੇਸ ਏਰੀਆ ਵੱਧ ਜਾਂਦਾ ਹੈ ਅਤੇ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ ਅਤੇ ਕੱਪੜੇ ਜਲਦੀ ਸੁੱਕ ਜਾਂਦੇ ਹਨ। ਸੋ ਬੱਚਿਓ ਅੱਗੇ ਦੇਖਦੇ ਹਾਂ। ਦੂਜਾ ਜੋ ਫੈਕਟਰ ਉਹ ਕੀ ਹੈ? ਤਾਪਮਾਨ ਵਿੱਚ ਵਾਧਾ। ਤਾਪਮਾਨ ਵਧਣ ਤੇ ਵਧੇਰੇ ਕਣਾਂ ਨੂੰ ਗਤੀਜ ਊਰਜਾ ਮਿਲਦੀ ਹੈ ਜਿਸ ਨਾਲ ਉਹ ਵਾਸ਼ਪੀਕ੍ਰਿਤ ਹੋ ਜਾਂਦੇ ਹਨ। ਸੋ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਜ਼ਿਆਦਾ ਗਰਮੀ ਵਿੱਚ ਕੱਪੜੇ ਜਲਦੀ ਸੁੱਕ ਜਾਂਦੇ ਹਨ ਅਤੇ ਵਾਸ਼ਪੀਕਰਨ ਜ਼ਿਆਦਾ ਹੁੰਦਾ ਹੈ। ਹਵਾ ਵਿੱਚ ਨਮੀ ਦੀ ਕਮੀ। ਹਵਾ ਵਿੱਚ ਮੌਜੂਦ ਜਲ ਵਾਸ਼ਪਾਂ ਦੀ ਮਾਤਰਾ ਜਾਂ ਫਿਰ ਹਿਊਮਿਡਿਟੀ, ਉਸ ਨੂੰ ਕੀ ਕਹਿੰਦੇ ਹਨ? ਹਿਊਮਿਡਿਟੀ। ਕਿਸੇ ਨਿਸ਼ਚਿਤ ਤਾਪਮਾਨ ਤੇ ਸਾਡੇ ਆਲੇ ਦੁਆਲੇ ਦੀ ਹਵਾ ਵਿੱਚ ਇੱਕ ਨਿਸ਼ਚਿਤ ਮਾਤਰਾ ਵਿੱਚ ਹੀ ਜਲ ਵਾਸ਼ਪ ਹੁੰਦੇ ਹਨ। ਜਦੋਂ ਹਵਾ ਵਿੱਚ ਪਾਣੀ ਦੇ ਕਣਾਂ ਦੀ ਮਾਤਰਾ ਪਹਿਲਾਂ ਹੀ ਜ਼ਿਆਦਾ ਹੁੰਦੀ ਹੈ ਤਾਂ ਵਾਸ਼ਪੀਕਰਨ ਦੀ ਦਰ ਜੋ ਹੈ ਉਹ ਘਟ ਜਾਂਦੀ ਹੈ। ਇਹੀ ਕਾਰਨ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਕੱਪੜੇ ਜੋ ਹਨ ਉਹ ਸੁੱਕਣ ਵਿੱਚ ਸਮਾਂ ਲਗਾਉਂਦੇ ਹਨ, ਕਿਉਂਕਿ ਉਹਨਾਂ ਦਿਨਾਂ ਵਿੱਚ ਹੁੰਦਾ ਕੀ ਹੈ? ਜੋ ਵਾਤਾਵਰਣ ਵਿੱਚ ਜੋ ਹਿਊਮਿਡਿਟੀ ਹੈ, ਜੋ ਨਮੀ ਹੈ, ਉਹ ਪਹਿਲਾਂ ਹੀ ਜ਼ਿਆਦਾ ਹੁੰਦੀ ਹੈ ਅਤੇ ਇੱਕ ਨਿਸ਼ਚਿਤ ਦਰ ਤੋਂ ਬਾਅਦ ਹਿਊਮਿਡਿਟੀ ਨੂੰ ਹੋਰ ਵਧਾਇਆ ਨਹੀਂ ਜਾ ਸਕਦਾ। ਇਹ ਕਰਦੀ ਕੀ ਹੈ? ਜੋ ਵਾਸ਼ਪੀਕਰਨ ਦੀ ਕਿਰਿਆ ਹੈ ਉਸ ਨੂੰ ਹੌਲੀ ਕਰ ਦਿੰਦੀ ਹੈ, ਜਿਸ ਕਾਰਨ ਜੋ ਕੱਪੜੇ ਹਨ ਉਹ ਸੁੱਕਣ ਵਿੱਚ ਸਮਾਂ ਲਗਾਉਂਦੇ ਹਨ। ਹਵਾ ਦੀ ਗਤੀ ਵਿੱਚ ਵਾਧਾ। ਅਸੀਂ ਜਾਣਦੇ ਹਾਂ ਕਿ ਤੇਜ਼ ਹਵਾ ਵਿੱਚ ਕੱਪੜੇ ਜਲਦੀ ਸੁੱਕ ਜਾਂਦੇ ਹਨ। ਹਵਾ ਦੇ ਤੇਜ਼ ਹੋਣ ਨਾਲ ਜਲ ਵਾਸ਼ਪ ਦੇ ਕਣ ਹਵਾ ਨਾਲ ਉੱਡ ਜਾਂਦੇ ਹਨ, ਜਿਸ ਨਾਲ ਆਲੇ ਦੁਆਲੇ ਦੇ ਜਲ ਵਾਸ਼ਪਾਂ ਦੀ ਮਾਤਰਾ ਘਟ ਜਾਂਦੀ ਹੈ। ਸੋ ਜੋ ਹਵਾ ਹੈ ਉਹ ਹਿਊਮਿਡਿਟੀ ਨੂੰ, ਜੋ ਨਮੀ ਨੂੰ ਉਡਾ ਕੇ ਲੈ ਜਾਂਦੀ ਹੈ, ਜਿਸ ਕਾਰਨ ਜੋ ਦਰਵ ਦੇ ਆਸੇ-ਪਾਸੇ ਜਾਂ ਫਿਰ ਕਹਿ ਲਓ ਆਪਣੇ ਗਿੱਲੇ ਕੱਪੜਿਆਂ ਦੇ ਆਸੇ-ਪਾਸੇ ਨਮੀ ਦੀ ਮਾਤਰਾ ਘਟ ਜਾਂਦੀ ਹੈ ਅਤੇ ਉੱਥੇ ਨਮੀ ਹੋਰ ਵਧਣ ਦੀ ਗੁੰਜਾਇਸ਼ ਜੋ ਹੈ ਉਹ ਵੱਧ ਜਾਂਦੀ ਹੈ, ਜਿਸ ਕਾਰਨ ਕੀ ਹੁੰਦਾ ਕੀ ਹੈ? ਵਾਸ਼ਪੀਕਰਨ ਵੱਧਦਾ ਹੈ ਅਤੇ ਕੱਪੜੇ ਹਵਾ ਵਿੱਚ ਵੀ ਤੇਜ਼ੀ ਨਾਲ ਸੁੱਕ ਪਾਉਂਦੇ ਹਨ। ਸੋ ਬੱਚਿਓ, ਇਹ ਹੁਣ ਅਸੀਂ ਸਮਝ ਚੁੱਕੇ ਹਾਂ ਕਿ ਇਵੈਪੋਰੇਸ਼ਨ ਦੇ ਜੋ ਇਫੈਕਟਿੰਗ ਫੈਕਟਰਸ, ਜੋ ਪ੍ਰਭਾਵਿਤ ਕਰਨ ਵਾਲੇ ਜੋ ਫੈਕਟਰਸ ਹਨ ਉਹ ਕਿਹੜੇ-ਕਿਹੜੇ ਹਨ। ਸੋ ਆਓ ਦੇਖਦੇ ਹਾਂ ਅੱਗੇ ਕੀ ਹੈ ਇਸ ਲੈਸਨ ਵਿੱਚ। ਵਾਸ਼ਪੀਕਰਨ ਦੇ ਕਾਰਨ ਠੰਡਕ ਕਿਵੇਂ ਹੁੰਦੀ ਹੈ? ਖੁੱਲੇ ਬਰਤਨ ਵਿੱਚ ਰੱਖੇ ਦਰਵ ਵਿੱਚ ਨਿਰੰਤਰ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਅਸੀਂ ਪੜ੍ਹ ਚੁੱਕੇ ਹਾਂ ਕਿ ਖੁੱਲੇ ਭਾਂਡੇ ਵਿੱਚ ਵੀ ਜੋ ਨਿਰੰਤਰ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਵਾਸ਼ਪੀਕਰਨ ਦੌਰਾਨ ਘਟ ਹੋਈ ਊਰਜਾ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਦਰਵ ਦੇ ਕਣ ਆਪਣੇ ਆਲੇ ਦੁਆਲੇ ਤੋਂ ਊਰਜਾ ਸੋਖ ਲੈਂਦੇ ਹਨ। ਸੋ ਵਾਸ਼ਪੀਕਰਨ ਨਾਲ ਕੀ ਹੁੰਦਾ ਹੈ? ਜੋ ਵਾਸ਼ਪੀਕਰਨ ਦੌਰਾਨ ਘਟ ਹੋਈ ਊਰਜਾ ਜੋ ਹੈ ਉਹ ਘਟਦੀ ਹੈ ਕਿਸੇ ਦਰਵ ਦੇ ਵਿੱਚ ਅਤੇ ਉਸ ਨੂੰ ਪੂਰਾ ਕਰਨ ਲਈ ਉਹ ਆਸੇ-ਪਾਸੇ ਦੀ ਊਰਜਾ ਸੋਖਦਾ ਹੈ। ਇਸ ਤਰ੍ਹਾਂ ਆਸ-ਪਾਸ ਤੋਂ ਊਰਜਾ ਸੋਖਣ ਨਾਲ ਠੰਡ ਹੋ ਜਾਂਦੀ ਹੈ। ਜਦੋਂ ਕੋਈ ਦਰਵ ਆਸ-ਪਾਸ ਦੀ ਊਰਜਾ ਸੋਖ ਲੈਂਦਾ ਹੈ ਤਾਂ ਹੁੰਦਾ ਕੀ ਹੈ? ਵਾਤਾਵਰਣ ਵਿੱਚ, ਉਸ ਦੇ ਆਸੇ-ਪਾਸੇ ਦੇ ਵਾਤਾਵਰਣ ਵਿੱਚ ਜੋ ਹੈ ਉਹ ਊਰਜਾ ਭਾਵ ਦੀ ਗਰਮੀ ਘਟ ਜਾਂਦੀ ਹੈ ਅਤੇ ਇਸ ਨਾਲ ਠੰਡਕ ਮਹਿਸੂਸ ਹੁੰਦੀ ਹੈ। ਜਦੋਂ ਅਸੀਂ ਐਸੀਟੋਨ ਜਾਂ ਨਹੁੰ ਤੋਂ ਪਾਲਿਸ਼ ਹਟਾਉਣ ਵਾਲੇ ਦਰਵ ਨੂੰ ਆਪਣੀ ਹਥੇਲੀ ਤੇ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ? ਇਸ ਦੇ ਕਣ ਤੁਹਾਡੀ ਹਥੇਲੀ ਜਾਂ ਉਸ ਦੇ ਆਲੇ ਦੁਆਲੇ ਦੇ ਤੋਂ ਊਰਜਾ ਪ੍ਰਾਪਤ ਕਰ ਲੈਂਦੇ ਹਨ ਅਤੇ ਵਾਸ਼ਪੀਕ੍ਰਿਤ ਹੋ ਜਾਂਦੇ ਹਨ। ਤੁਸੀਂ ਦੇਖੋਗੇ ਉਹ ਨਾਲ ਦੀ ਨਾਲ ਉੱਡ ਜਾਂਦਾ ਹੈ। ਉਹ ਕਿਉਂ ਉੱਡ ਜਾਂਦਾ ਹੈ? ਕਿਉਂਕਿ ਉਸਨੇ ਬਹੁਤ ਜਲਦੀ ਤੁਹਾਡੀ ਹਥੇਲੀ ਤੋਂ ਤੁਹਾਡੇ ਸਰੀਰ ਦੀ ਊਰਜਾ ਪ੍ਰਾਪਤ ਕਰਕੇ ਉਹ ਵਾਸ਼ਪੀਕ੍ਰਿਤ ਹੋ ਗਿਆ ਹੈ, ਜਿਸ ਨਾਲ ਹਥੇਲੀ ਤੇ ਠੰਡਕ ਮਹਿਸੂਸ ਹੁੰਦੀ ਹੈ
ਅਤੇ ਨਾਲ ਹੀ ਤੁਸੀਂ ਕੀ ਦੇਖਦੇ ਹੋ, ਤੁਹਾਡੀ ਹਥੇਲੀ ਤੇ ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ। ਤੇਜ਼ ਧੁੱਪ ਵਾਲੇ ਗਰਮ ਦਿਨ ਦੇ ਬਾਅਦ ਲੋਕ ਆਪਣੀ ਛੱਤ ਜਾਂ ਖੁੱਲੇ ਥਾਂ ਤੇ ਪਾਣੀ ਛਿੜਕਦੇ ਹਨ, ਕਿਉਂਕਿ ਪਾਣੀ ਦੇ ਵਾਸ਼ਪੀਕਰਨ ਦਾ ਗੁਪਤ ਤਾਪ ਗਰਮ ਸਤ੍ਹਾ ਨੂੰ ਠੰਡਾ ਬਣਾਉਂਦਾ ਹੈ। ਕੀ ਤੁਸੀਂ ਵਾਸ਼ਪੀਕਰਨ ਦੇ ਕਾਰਨ ਠੰਡੇ ਹੋਣ ਦੇ ਹੋਰ ਉਦਾਹਰਨ ਦੇ ਸਕਦੇ ਹੋ? ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਕਿਉਂ ਪਹਿਨਣੇ ਚਾਹੀਦੇ ਹਨ? ਇਹਦਾ ਵੀ ਇਹੀ ਕਾਰਨ ਹੈ ਕਿ ਇਹਨਾਂ ਵਿੱਚੋਂ ਜੋ ਵਾਸ਼ਪੀਕਰਨ ਹੈ ਉਹ ਜ਼ਿਆਦਾ ਹੁੰਦਾ ਹੈ ਅਤੇ ਵਾਸ਼ਪੀਕਰਨ ਦੇ ਨਾਲ ਹੁੰਦਾ ਕੀ ਹੈ, ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ। ਸੋ ਬੱਚਿਓ ਅੱਗੇ ਦੇਖਦੇ ਹਾਂ। ਸਰੀਰਕ ਕਿਰਿਆ ਕਾਰਨ ਗਰਮੀਆਂ ਵਿੱਚ ਸਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਨਾਲ ਸਾਨੂੰ ਠੰਡਕ ਮਿਲਦੀ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ, ਵਾਸ਼ਪੀਕਰਨ ਦੇ ਦੌਰਾਨ ਦਰਵ ਦੀ ਸਤ੍ਹਾ ਦੇ ਕਣ ਸਾਡੇ ਸਰੀਰ ਜਾਂ ਆਲੇ ਦੁਆਲੇ ਤੋਂ ਊਰਜਾ ਪ੍ਰਾਪਤ ਕਰਕੇ ਵਾਸ਼ਪ ਵਿੱਚ ਬਦਲ ਜਾਂਦੇ ਹਨ। ਵਾਸ਼ਪੀਕਰਨ ਦੇ ਗੁਪਤ ਤਾਪ ਦੇ ਬਰਾਬਰ ਤਾਪ ਊਰਜਾ ਸਾਡੇ ਸਰੀਰ ਤੋਂ ਸੋਖਿਤ ਹੋ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਠੰਡਾ ਹੋ ਜਾਂਦਾ ਹੈ। ਸੋ ਇਹ ਤੁਹਾਨੂੰ ਸਮਝਾਇਆ ਗਿਆ ਹੈ ਕਿ ਕਿਵੇਂ ਪਸੀਨਾ ਸੁੱਕਣ ਨਾਲ ਤੁਹਾਨੂੰ ਠੰਡਕ ਮਹਿਸੂਸ ਹੁੰਦੀ ਹੈ। ਕਿਉਂਕਿ ਸੂਤੀ ਕੱਪੜਿਆਂ ਵਿੱਚ ਪਾਣੀ ਦਾ ਸੋਖਣ ਵਧੇਰੇ ਹੁੰਦਾ ਹੈ, ਇਸ ਲਈ ਸਾਡਾ ਪਸੀਨਾ ਇਸ ਵਿੱਚ ਸੋਖਿਤ ਹੋ ਕੇ ਵਾਯੂਮੰਡਲ ਵਿੱਚ ਆਸਾਨੀ ਨਾਲ ਵਾਸ਼ਪੀਕ੍ਰਿਤ ਹੋ ਜਾਂਦਾ ਹੈ। ਬਰਫ਼ ਵਾਲੇ ਪਾਣੀ ਦੇ ਨਾਲ ਭਰੇ ਗਲਾਸ ਦੀ ਬਾਹਰੀ ਸਤ੍ਹਾ ਤੇ ਪਾਣੀ ਦੀਆਂ ਬੂੰਦਾਂ ਕਿਉਂ ਨਜ਼ਰ ਆਉਂਦੀਆਂ ਹਨ? ਕਿਸੇ ਬਰਤਨ ਵਿੱਚ ਅਸੀਂ ਬਰਫ਼ ਵਾਲਾ ਪਾਣੀ ਰੱਖਦੇ ਹਾਂ, ਜਲਦੀ ਹੀ ਕਿਉਂ ਨਜ਼ਰ ਆਉਂਦੀਆਂ ਹਨ? ਜਦੋਂ ਅਸੀਂ ਕਿਸੇ ਬਰਤਨ ਵਿੱਚ ਬਰਫ਼ ਵਾਲਾ ਪਾਣੀ ਰੱਖਦੇ ਹਾਂ, ਜਲਦੀ ਹੀ ਬਰਤਨ ਦੀ ਬਾਹਰੀ ਸਤ੍ਹਾ ਉੱਤੇ ਪਾਣੀ ਦੀਆਂ ਬੂੰਦਾਂ ਨਜ਼ਰ ਆਉਣ ਲੱਗ ਪੈਂਦੀਆਂ ਹਨ। ਹਵਾ ਵਿੱਚ ਮੌਜੂਦ ਜਲ ਵਾਸ਼ਪ ਦੀ ਊਰਜਾ ਠੰਡੇ ਪਾਣੀ ਦੇ ਸੰਪਰਕ ਵਿੱਚ ਆ ਕੇ ਘੱਟ ਹੋ ਜਾਂਦੀ ਹੈ ਅਤੇ ਇਹ ਦ੍ਰਵ ਅਵਸਥਾ ਵਿੱਚ ਬਦਲ ਜਾਂਦੇ ਹਨ, ਭਾਵ ਕਿ ਉਸ ਭਾਂਡੇ ਦੀ ਸਤ੍ਹਾ ਤੇ ਇਹ ਕੰਡੈਂਸ ਹੋ ਜਾਂਦੇ ਹਨ। ਇਹਨਾਂ ਦਾ ਸੰਗਣਨ ਅਸੀਂ ਪੜ੍ਹਿਆ ਸੀ ਡਾਇਗਰਾਮ ਵਿੱਚ ਪਿੱਛੇ, ਇਸ ਦੀ ਕੰਡੈਂਸੇਸ਼ਨ ਹੋ ਜਾਂਦੀ ਹੈ, ਜਿਹੜਾ ਸਾਨੂੰ ਪਾਣੀ ਦੀ ਬੂੰਦਾਂ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ ਉਸ ਬਰਤਨ ਦੀ ਸਤ੍ਹਾ ਦੇ ਬਾਹਰਲੇ ਪਾਸੇ। ਸੋ ਆਓ ਬੱਚਿਓ ਲੈਸਨ ਵਿੱਚ ਅੱਗੇ ਦੇਖੀਏ। ਇਸ ਨੂੰ ਵੀ ਜਾਣੋ, ਇਹ ਬਹੁਤ ਹੀ ਇੱਕ ਇੰਟਰਸਟਿੰਗ ਫੈਕਟ ਹੈ ਜੋ ਤੁਹਾਨੂੰ ਇਸ ਲੈਸਨ ਵਿੱਚ ਜਾਣਨ ਨੂੰ ਮਿਲੇਗਾ। ਹੁਣ ਵਿਗਿਆਨੀ ਪਦਾਰਥ ਦੀਆਂ 5 ਅਵਸਥਾਵਾਂ ਦੀ ਚਰਚਾ ਕਰ ਰਹੇ ਹਨ। ਅਸੀਂ ਇਸ ਲੈਸਨ ਵਿੱਚ ਕੀ ਪੜ੍ਹਿਆ ਕਿ ਪਦਾਰਥ ਦੀਆਂ 3 ਅਵਸਥਾਵਾਂ ਹਨ, ਪਰੰਤੂ ਹੁਣ ਵਿਗਿਆਨੀ ਇਸ ਦੀਆਂ 5 ਅਵਸਥਾਵਾਂ ਬਾਰੇ ਵੀ ਡਿਸਕਸ ਕਰ ਰਹੇ ਹਨ, ਚਰਚਾ ਕਰ ਰਹੇ ਹਨ। ਇਹਨਾਂ 5 ਅਵਸਥਾਵਾਂ ਦੇ ਨਾਮ ਕੀ ਹਨ? BEC, ਬੋਸ ਆਇਨਸਟਾਈਨ ਕੰਡੈਂਸੇਟ, ਠੋਸ, ਦ੍ਰਵ, ਗੈਸ ਅਤੇ ਪਲਾਜ਼ਮਾ ਬਾਰੇ ਪੜ੍ਹਦੇ ਹਾਂ। ਇਸ ਅਵਸਥਾ ਵਿੱਚ ਕਣ ਬਹੁਤ ਜ਼ਿਆਦਾ ਊਰਜਾ ਵਾਲੇ ਅਤੇ ਵਧੇਰੇ ਉਤੇਜਿਤ ਹੁੰਦੇ ਹਨ। ਇਹ ਕਣ ਆਇਓਨਾਈਜ਼ਡ ਹੋ ਜਾਂਦੇ ਹਨ। ਇਹ ਕਣ ਆਇਓਨਾਈਜ਼ਡ ਗੈਸ ਦੇ ਰੂਪ ਵਿੱਚ ਹੁੰਦੇ ਹਨ। ਫਲੋਰੋਸੈਂਟ ਟਿਊਬ ਅਤੇ ਨਿਓਨ ਬਲਬ ਵਿੱਚ ਪਲਾਜ਼ਮਾ ਹੁੰਦਾ ਹੈ। ਨਿਓਨ ਬਲਬ ਦੇ ਅੰਦਰ ਨਿਓਨ ਗੈਸ ਅਤੇ ਫਲੋਰੋਸੈਂਟ ਟਿਊਬ ਦੇ ਅੰਦਰ ਹੀਲੀਅਮ ਜਾਂ ਕੋਈ ਹੋਰ ਅਕਿਰਿਆਸ਼ੀਲ ਭਾਵ ਕਿ ਇਨਰਟ ਗੈਸ ਹੁੰਦੀ ਹੈ। ਬਿਜਲਈ ਊਰਜਾ ਲੰਘਣ ਨਾਲ ਇਹ ਗੈਸ ਆਇਓਨਾਈਜ਼ਡ ਭਾਵ ਕਿ ਚਾਰਜਿਤ ਹੋ ਜਾਂਦੀ ਹੈ। ਚਾਰਜਿਤ ਹੋਣ ਨਾਲ ਟਿਊਬ ਜਾਂ ਬਲਬ ਦੇ ਅੰਦਰ ਚਮਕੀਲਾ ਪਲਾਜ਼ਮਾ ਤਿਆਰ ਹੁੰਦਾ ਹੈ। ਗੈਸ ਦੇ ਦਬਾਅ ਅਨੁਸਾਰ ਇਸ ਪਲਾਜ਼ਮਾ ਵਿੱਚ ਇੱਕ ਵਿਸ਼ੇਸ਼ ਰੰਗ ਦੀ ਚਮਕ ਹੁੰਦੀ ਹੈ। ਪਲਾਜ਼ਮਾ ਦੇ ਕਣ ਹੀ ਸੂਰਜ ਅਤੇ ਤਾਰਿਆਂ ਵਿੱਚ ਵੀ ਚਮਕ ਪੈਦਾ ਕਰਦੇ ਹਨ। ਉੱਚ ਤਾਪਮਾਨ ਦੇ ਕਾਰਨ ਹੀ ਤਾਰਿਆਂ ਵਿੱਚ ਪਲਾਜ਼ਮਾ ਬਣਦਾ ਹੈ। ਸੋ ਇਹ ਜੋ ਪੰਜਵੀਂ ਸਟੇਟ ਹੈ ਪਲਾਜ਼ਮਾ, ਇਹਦੇ ਬਾਰੇ ਅਸੀਂ ਪੜ੍ਹਿਆ ਹੈ। ਹੁਣ ਕੀ ਕਿਹੜੇ 5 ਸਟੇਟਸ ਹਨ ਬੱਚਿਓ? BEC, ਜਿਸ ਨੂੰ ਕੀ ਕਹਾਂਗੇ? ਬੋਸ ਆਇਨਸਟਾਈਨ ਕੰਡੈਂਸੇਟ, ਠੋਸ, ਦ੍ਰਵ, ਗੈਸ ਅਤੇ ਪਲਾਜ਼ਮਾ। ਪਦਾਰਥ ਦੀ 5ਵੀਂ ਅਵਸਥਾ BEC, ਬੋਸ ਆਇਨਸਟਾਈਨ ਕੰਡੈਂਸੇਟ। ਸੰਨ 1920 ਵਿੱਚ ਭਾਰਤੀ ਭੌਤਿਕ ਵਿਗਿਆਨੀ ਸਤਿੰਦਰਨਾਥ ਬੋਸ ਨੇ ਪਦਾਰਥ ਦੀ 5ਵੀਂ ਅਵਸਥਾ ਦੇ ਲਈ ਗਣਨਾਵਾਂ ਕੈਲਕੂਲੇਸ਼ਨਸ ਕੀਤੀਆਂ। ਉਹਨਾਂ ਗਣਨਾਵਾਂ ਦੇ ਆਧਾਰ ਤੇ ਐਲਬਰਟ ਆਇਨਸਟਾਈਨ ਨੇ ਪਦਾਰਥ ਦੀ ਇੱਕ ਨਵੀਂ ਅਵਸਥਾ ਦੀ ਭਵਿੱਖਬਾਣੀ ਕੀਤੀ, ਜਿਸ ਨੂੰ ਬੋਸ ਆਇਨਸਟਾਈਨ ਕੰਡੈਂਸੇਟ ਕਿਹਾ ਗਿਆ। ਸੰਨ 2001 ਵਿੱਚ ਅਮਰੀਕਾ ਦੇ ਐਰਿਕ ਏ ਕਾਰਨੇਲ, ਉਲਫ ਕੈਟਰਲੇ ਅਤੇ ਕਾਰਲ ਈ ਬੈਮਨ ਨੂੰ BEC ਦੀ ਅਵਸਥਾ ਪ੍ਰਾਪਤ ਕਰਨ ਲਈ ਭੌਤਿਕੀ ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਹੁੰਦਾ ਕਿਵੇਂ ਹੈ? ਸਧਾਰਨ ਹਵਾ ਦੀ ਘਣਤਾ ਦੇ 1,00,000ਵੇਂ ਭਾਗ ਜਿੰਨੀ ਘੱਟ ਘਣਤਾ ਗੈਸ ਨੂੰ ਬਹੁਤ ਹੀ ਘੱਟ ਤਾਪਮਾਨ ਤੇ ਠੰਡਾ ਕਰਨ ਨਾਲ BEC ਤਿਆਰ ਹੁੰਦਾ ਹੈ। ਸੋ ਇਹ ਤਿਆਰ ਕਿਵੇਂ ਹੁੰਦਾ ਹੈ? ਇਹ ਨਾਰਮਲ ਸਰਕਮਸਟੈਂਸਿਸ, ਨੈਚੁਰਲ ਕੰਡੀਸ਼ਨਸ ਵਿੱਚ ਨਹੀਂ ਹੁੰਦਾ, ਇਹ ਬਹੁਤ ਹੀ ਅਸਧਾਰਨ ਕੰਡੀਸ਼ਨਸ ਵਿੱਚ ਤਿਆਰ ਹੁੰਦਾ ਹੈ। ਸੋ ਇਹ ਜੋ ਅਵਸਥਾ ਹੈ ਇਹ ਨੈਚੁਰਲ ਨਹੀਂ ਹੈ, ਇਹ ਬਹੁਤ ਆਸਾਨੀ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਤੁਸੀਂ ਦੇਖ ਸਕਦੇ ਹੋ, ਸਧਾਰਨ ਹਵਾ ਦੀ ਘਣਤਾ ਦੇ 1,00,000ਵੇਂ ਭਾਗ ਜਿੰਨੀ ਘੱਟ ਘਣਤਾ ਗੈਸ ਨੂੰ ਬਹੁਤ ਹੀ ਠੰਡੇ ਤਾਪਮਾਨ ਤੇ ਠੰਡਾ ਕਰਨ ਤੋਂ ਬਾਅਦ ਕੀ ਮਿਲਦਾ ਹੈ? BEC, ਬੋਸ ਆਇਨਸਟਾਈਨ ਕੰਡੈਂਸੇਟ। ਇਸ ਦੇ ਨਾਲ ਹੀ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਐਲਬਰਟ ਆਇਨਸਟਾਈਨ ਦੇ ਨਾਲ SN ਬੋਸ, ਸਤਿੰਦਰਨਾਥ ਬੋਸ। ਇਸ ਦੇ ਨੀਚੇ ਪਦਾਰਥ ਦੀਆਂ 5 ਅਵਸਥਾਵਾਂ ਤੇ ਨਾਲ ਨੀਚੇ ਤੁਹਾਨੂੰ ਦਿੱਤਾ ਗਿਆ ਹੈ ਕਿ ਇਸ ਦਾ ਟੈਂਪਰੇਚਰ ਨਾਲ ਕੀ ਸੰਬੰਧ ਹੈ। ਬਹੁਤ ਹੀ ਠੰਡੇ ਮਾਹੌਲ ਵਿੱਚ
ਕੀ ਹੁੰਦਾ ਹੈ, BEC ਬਣਦਾ ਹੈ। ਉਸ ਤੋਂ ਬਾਅਦ ਜਿਵੇਂ ਜਿਵੇਂ ਟੈਂਪਰੇਚਰ ਵੱਧਦਾ ਜਾਂਦਾ ਹੈ ਉਹ ਸੋਲਿਡ, ਉਸ ਤੋਂ ਬਾਅਦ ਲਿਕੁਇਡ ਅਤੇ ਫਿਰ ਗੈਸ ਅਤੇ ਟੈਂਪਰੇਚਰ ਦੇ ਬਹੁਤ ਹੀ ਵੱਧ ਜਾਣ ਤੇ ਪਲਾਜ਼ਮਾ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਇਸ ਦੇ ਨਾਲ ਹੀ ਬੱਚਿਓ ਤੁਹਾਡੇ ਪਹਿਲੇ ਚੈਪਟਰ ਦਾ ਦੂਜਾ ਭਾਗ ਸਮਾਪਤ ਹੁੰਦਾ ਹੈ। ਇਹ ਚੈਪਟਰ ਜੋ ਹੈ ਮੁਕੰਮਲ ਹੋ ਚੁੱਕਿਆ ਹੈ। ਤੁਸੀਂ ਇਸ ਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਲੈਣਾ ਹੈ ਅਤੇ ਇਹ ਕਹਿੰਦੇ ਹੋਏ ਹੀ ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਧੰਨਵਾਦ।